ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫੋਰ ਐਲਵਸ। ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਸਟੱਡੀ ਫੋਰ ਐਲਵਸ ਦੇ ਉੱਪਰ। ਇਸ ਚੈਨਲ 'ਤੇ ਅਸੀਂ ਮਾਸਟਰ ਕੈਡਰ ਕੈਮਿਸਟਰੀ ਦੀ ਪ੍ਰੈਪਰੇਸ਼ਨ ਕਰ ਚੁੱਕੇ ਹਾਂ, ਜਿਸ ਦੇ ਵਿੱਚ ਕੈਮਿਸਟਰੀ ਦੇ ਜਿਹੜੇ 2 ਯੂਨਿਟ ਨੇ ਉਹ ਕੰਪਲੀਟ ਹੋ ਚੁੱਕੇ ਨੇ। ਆਰਗੈਨਿਕ ਕੰਪਾਊਂਡ ਕੰਟੇਨਿੰਗ ਹੈਲੋਜਨਸ ਐਂਡ ਦੂਸਰਾ ਹੈਗਾ ਕੋਆਰਡੀਨੇਸ਼ਨ ਕੰਪਾਊਂਡਸ। ਠੀਕ ਹੈ ਜੀ, ਜਿਸ ਨੇ ਵੀ ਉਸ ਵੀਡੀਓਜ਼ ਨੂੰ ਨਹੀਂ ਦੇਖਿਆ ਉਹ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦਾ। ਠੀਕ ਹੈ, ਅਤੇ ਹੁਣ ਜਿਹੜਾ ਸਾਡਾ ਯੂਨਿਟ ਚੱਲ ਰਿਹਾ ਐਜ਼ ਯੂ ਨੋ ਸਪੈਕਟਰੋਸਕੋਪੀ ਚੱਲ ਰਿਹਾ। ਠੀਕ ਹੈ, ਜਿਸ ਦੇ ਵਿੱਚ 2 ਪਾਰਟ ਆਲਰੇਡੀ ਕੰਪਲੀਟ ਹੋ ਚੁੱਕੇ। ਅੱਜ ਮੈਂ 3rd ਪਾਰਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ। ਠੀਕ ਹੈ, ਸੋ ਜਿਸ ਨੇ 2 ਪਾਰਟਸ ਨਹੀਂ ਦੇਖੇ ਉਹ ਜ਼ਰੂਰ ਦੇਖੋ, ਕਿਉਂਕਿ ਉਸ ਤੋਂ ਬਿਨਾਂ ਜਿਹੜਾ ਹੈ ਸਮਝ ਨਹੀਂ ਆਊਗਾ। ਠੀਕ ਹੈ ਜੀ, ਸੋ 3rd ਪਾਰਟ ਨੂੰ ਅੱਜ ਦਾ ਟੌਪਿਕ ਹੈ ਜਿਹੜਾ ਸਟਾਰਟ ਕਰਦੇ ਹਾਂ, ਦੈਟ ਇਜ਼ ਅੱਜ ਅਸੀਂ ਗੱਲ ਕਰਾਂਗੇ ਐਨਰਜੀ ਬਾਰੇ। ਰੋਟੇਸ਼ਨਲ ਸਪੈਕਟਰੋਸਕੋਪੀ ਚੱਲ ਰਿਹਾ, ਠੀਕ ਹੈ ਨਾ, ਉਹਦੇ ਵਿੱਚ ਅਸੀਂ ਅੱਜ ਗੱਲ ਕਰਦੇ ਹਾਂ ਐਨਰਜੀ ਬਾਰੇ, ਐਨਰਜੀ ਲੈਵਲਸ ਬਾਰੇ। ਠੀਕ ਹੈ ਜੀ, ਸੋ ਦੇਖੋ ਜੋ ਅਸੀਂ ਰੋਟੇਸ਼ਨਲ ਸਪੈਕਟਰੋਸਕੋਪੀ ਹੈ, ਅਗਰ ਅਸੀਂ ਇਸ ਸਪੈਕਟਰੋਸਕੋਪੀ ਦੇ ਵਿੱਚ ਗੱਲ ਕਰੀਏ ਐਨਰਜੀ ਦੀ, ਐਨਰਜੀ ਦਾ ਜੋ ਫਾਰਮੂਲਾ ਹੁੰਦਾ ਦੈਟ ਇਜ਼ ਇਕੁਅਲ ਟੂ E is equal to H square over 8 pi square I J into J plus 1। ਦੇਖੋ ਇਹ ਜੋ ਹੈ ਕੰਪਲੀਟ ਇਹਦੀ ਇੱਕ ਡੈਰੀਵੇਸ਼ਨ ਵੀ ਹੈ, ਬਟ ਮੈਨੂੰ ਨਹੀਂ ਲੱਗਦਾ ਕਿ ਐਗਜ਼ਾਮ ਜੋ ਹੈ ਤੁਹਾਡੇ ਐਗਜ਼ਾਮ ਲਈ ਇਹਦੇ ਵਿੱਚ ਡੈਰੀਵੇਸ਼ਨ ਆਪਾਂ ਨੂੰ ਲੋੜ ਹੈ ਕਰਨ ਦੀ। ਓਕੇ, ਤੁਸੀਂ ਸਿੱਧਾ ਜਿਹੜਾ ਐਕਸਪ੍ਰੈਸ਼ਨ ਲਰਨ ਕਰ ਲਓ ਕਿ ਇਹ ਐਨਰਜੀ ਦਾ ਜਿਹੜਾ ਐਕਸਪ੍ਰੈਸ਼ਨ ਹੁੰਦਾ ਹੈਗਾ ਇਨ ਕੇਸ ਆਫ ਰੋਟੇਸ਼ਨਲ ਸਪੈਕਟਰੋਸਕੋਪੀ ਦੀ ਗੱਲ ਕਰਦੇ ਹਾਂ। ਠੀਕ ਹੈ ਜੀ, ਹੁਣ ਅਗਰ ਇਹਦੇ ਆਪਾਂ 1 by 1 ਇਹਦੇ ਟਰਮਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜੋ ਜੇ ਹੈਗਾ, ਜੇ ਦੀ ਵੈਲਿਊਜ਼ ਜਿਹੜੀਆਂ ਨੇ ਦੈਟ ਇਜ਼ ਕੀ ਹੋ ਸਕਦੀਆਂ ਨੇ। ਜੇ ਦੀਆਂ ਜੋ ਵੈਲਿਊਜ਼ ਨੇ 0 1 2 ਅਪ ਟੂ ਸੋ ਔਨ ਐਨ ਤੱਕ ਹੋ ਸਕਦੀਆਂ ਨੇ। ਇੱਥੇ ਜੋ ਜੇ ਹੈਗਾ ਰਿਪਰੈਜ਼ੈਂਟ ਕੀ ਕਰ ਰਿਹਾ, ਰਿਪਰੈਜ਼ੈਂਟ ਕਰ ਰਿਹਾ ਜੀ ਐਨਰਜੀ ਲੈਵਲਸ ਨੂੰ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਰੋਟੇਸ਼ਨਲ ਕੁਆਂਟਮ ਨੰਬਰਸ ਨੂੰ। ਠੀਕ ਹੈ ਜੀ, ਇੱਥੇ ਜੋ ਐਨਰਜੀ ਦਾ ਇਹ ਫਾਰਮੂਲਾ ਹੈਗਾ, ਇਹਦੇ ਯੂਨਿਟਸ ਦੀ ਗੱਲ ਕੀਤੀ ਜਾਵੇ ਤਾਂ ਜਾਊਲਸ ਦੀ ਟਰਮਸ ਦੇ ਵਿੱਚ ਇਹ ਫਾਰਮੂਲਾ ਲਿਖਿਆ ਗਿਆ। ਓਕੇ ਜੀ, ਹੁਣ ਗੱਲ ਕਰੋ ਆਈ ਦੀ। ਆਈ ਕੀ ਹੈਗਾ, ਆਈ ਹੈਗਾ ਦੈਟ ਇਜ਼ ਮੂਵਮੈਂਟ ਆਫ ਇਨਰਸ਼ੀਆ। ਮੂਵਮੈਂਟ ਆਫ ਇਨਰਸ਼ੀਆ ਦੈਟ ਇਜ਼ ਇਕੁਅਲ ਟੂ ਐਮ ਆਰ ਸਕੇਅਰ। ਐਮ ਜੋ ਹੈ ਰਿਪਰੈਜ਼ੈਂਟ ਕਰ ਰਿਹਾ ਮਾਸ ਨੂੰ, ਆਰ ਜੋ ਹੈ ਰਿਪਰੈਜ਼ੈਂਟ ਕਰ ਰਿਹਾ ਡਿਸਟੈਂਸ ਨੂੰ। ਠੀਕ ਹੈ, ਜਿੱਦਾਂ 2 ਮੋਲੀਕਿਊਲਸ ਨੇ, ਜਿਵੇਂ HCl ਹੋ ਗਿਆ, ਇਹਨਾਂ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਉਸ ਨੂੰ ਰਿਪਰੈਜ਼ੈਂਟ ਕਰਦਾ ਹੈ ਕੌਣ, ਆਰ। ਦੇਖੋ ਇਹਦੇ ਆ ਜਾਂਦੀ ਹੈ, ਅਗਰ ਅਸੀਂ ਯੂਨਿਟਸ ਦੀ ਗੱਲ ਕਰੀਏ, ਜਾਊਲਸ ਦੇ ਵਿੱਚ ਘੱਟ ਹੀ ਜਿਹੜਾ ਹੈਗਾ ਰਿਪਰੈਜ਼ੈਂਟ ਕੀਤਾ ਜਾਂਦਾ ਐਨਰਜੀ ਨੂੰ, ਬਟ ਪਰ ਸੈਂਟੀਮੀਟਰ ਦੇ ਵਿੱਚ ਜਿਹੜਾ ਹੈ ਮੋਸਟਲੀ ਰਿਪਰੈਜ਼ੈਂਟ ਕੀਤੀ ਜਾਂਦੀ ਹੈ ਕਿ ਐਨਰਜੀ। ਹੁਣ ਅਸੀਂ ਇਹਨੂੰ ਕਨਵਰਟ ਕਰਨਾ ਹੈਗਾ ਪਰ ਸੈਂਟੀਮੀਟਰ ਦੇ ਵਿੱਚ। ਇਸ ਐਕਸਪ੍ਰੈਸ਼ਨ ਨੂੰ ਕਿਵੇਂ ਕਨਵਰਟ ਕੀਤਾ ਜਾ ਸਕਦਾ ਹੈ, ਵੈਰੀ ਸਿੰਪਲ। ਜੇਕਰ ਤੁਸੀਂ ਜਾਊਲ ਤੋਂ ਪਰ ਸੈਂਟੀਮੀਟਰ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਤੁਸੀਂ ਐਕਸਪ੍ਰੈਸ਼ਨ ਨੂੰ ਕਿਹਦੇ ਨਾਲ ਡਿਵਾਈਡ ਕਰ ਦੋਗੇ, ਡਿਵਾਈਡ ਬਾਏ HC ਨਾਲ। ਠੀਕ ਹੈ ਜੀ, ਵੇਅਰ H ਇਜ਼ ਵਾਟ, ਦੈਟ ਇਜ਼ ਪਲੈਂਕਸ ਕੌਂਸਟੈਂਟ, ਜਿਹਦੇ ਯੂਨਿਟਸ ਹੁੰਦੇ ਨੇ ਜਾਊਲ ਸੈਕਿੰਡ। ਓਕੇ, C ਕੀ ਹੁੰਦਾ ਹੈ, ਦੈਟ ਇਜ਼ ਸਪੀਡ ਆਫ ਲਾਈਟ, ਜਿਹਦੇ ਯੂਨਿਟਸ ਕੀ ਹੁੰਦੇ ਨੇ ਸੈਂਟੀਮੀਟਰ ਪਰ ਸੈਕਿੰਡ। ਓਕੇ, ਸੋ ਇਹਦੇ ਵਿੱਚ ਕੀ ਹੁੰਦਾ ਹੈ, ਹੁਣ ਤੁਸੀਂ ਜੇਕਰ ਇਹਨੂੰ ਆਪਾਂ ਡਿਵਾਈਡ ਕਰਦੇ ਹਾਂ ਉੱਪਰ ਵਾਲੇ ਐਕਸਪ੍ਰੈਸ਼ਨ ਨੂੰ, ਮਤਲਬ ਜੇ ਅਸੀਂ HC ਨਾਲ ਡਿਵਾਈਡ ਕਰਦੇ ਹਾਂ ਮੀਨਸ ਉੱਪਰ ਕਿਹਦਾ ਸੀਗਾ, ਐਨਰਜੀ ਦਾ ਫਾਰਮੂਲਾ। ਓਕੇ, ਕਾਹਦੇ 'ਚ, ਜਾਊਲ 'ਚ। ਜੇਕਰ ਅਸੀਂ ਇਹਨੂੰ ਡਿਵਾਈਡ ਕਰਦੇ ਹਾਂ ਕਿਹਦੇ ਨਾਲ, HC ਨਾਲ। ਓਕੇ, ਹੋਏਗਾ ਕਿ ਐਨਰਜੀ ਕਿਹੜੀ ਫਾਰਮ ਦੇ ਵਿੱਚ ਹੈ, ਦੈਟ ਇਜ਼ ਜਾਊਲ। ਓਕੇ, H ਨਾਲ ਡਿਵਾਈਡ ਕੀਤਾ ਦੈਟ ਇਜ਼ ਜਾਊਲ ਸੈਕਿੰਡ, C ਨਾਲ ਵੀ ਡਿਵਾਈਡ ਕੀਤਾ ਦੈਟ ਇਜ਼ ਸੈਂਟੀਮੀਟਰ ਪਰ ਸੈਕਿੰਡ। ਇਹਦੀ ਕੈਲਕੂਲੇਸ਼ਨ ਵਰਕ ਕਰਕੇ ਦੇਖੋ, ਕੈਲਕੂਲੇਟ ਕਰਨ ਤੋਂ ਬਾਅਦ ਜੋ ਹੈ ਦੈਟ ਇਜ਼ ਪਰ ਸੈਂਟੀਮੀਟਰ ਨਿਕਲ ਕੇ ਆਊਗਾ। ਦੈਟ ਮੀਨ ਜਦੋਂ ਉੱਪਰ ਵਾਲੇ ਨੂੰ ਅਸੀਂ HC ਨਾਲ ਡਿਵਾਈਡ ਕਰ ਦਾਂਗੇ ਤਾਂ ਹੋਲ ਜਿਹੜਾ ਹੈ ਜਾਊਲ ਜਿਹੜਾ ਹੈ ਉਹ ਕਾਹਦੇ 'ਚ ਕਨਵਰਟ ਹੋ ਜਾਊਗਾ, ਪਰ ਸੈਂਟੀਮੀਟਰ। ਚਲੋ ਜੀ, ਡਿਵਾਈਡ ਕਰਦੇ ਉੱਪਰ ਵਾਲੇ ਫਾਰਮੂਲੇ ਨੂੰ HC ਦੇ ਨਾਲ। ਦੇਖੋ E ਨੂੰ HC ਨਾਲ ਡਿਵਾਈਡ ਕੀਤਾ, ਰਾਈਟ ਹੈਂਡ ਸਾਈਡ ਨੂੰ ਵੀ HC ਨਾਲ ਡਿਵਾਈਡ ਕੀਤਾ, ਇੱਕ H ਨਾਲ ਜੋ ਹੈ ਇੱਕ H ਕੈਂਸਲ ਹੋ ਜਾਏਗਾ, ਬਾਕੀ ਰਿਮੇਨਿੰਗ ਪੋਰਸ਼ਨ ਹੈ ਜਿਹੜਾ ਉਹ ਇੱਥੇ ਆ ਜਾਏਗਾ। ਠੀਕ ਹੈ ਨਾ, ਜੋ ਵੀ ਰਿਮੇਨਿੰਗ ਪੋਰਸ਼ਨ ਬਚਦਾ ਇੱਥੇ ਆ ਜਾਊਗਾ, ਦੈਟ ਇਜ਼ ਇਹ ਐਜ਼ ਇਟ ਇਜ਼ ਆ ਜਾਏਗਾ। ਜੋ ਇਹ ਚੀਜ਼ ਹੈ ਦੈਟ ਇਜ਼ E ਓਵਰ HC। ਓਕੇ, ਇੱਕ ਨਿਊ ਐਨਰਜੀ ਆਈ ਹੈ ਸਾਡੇ ਕੋਲ ਜੋ ਕਿ ਕਿਹਦੇ ਵਿੱਚ ਆਈ ਹੈ, ਪਰ ਸੈਂਟੀਮੀਟਰ। ਤਾਂ ਤੁਸੀਂ ਇਹ ਐਕਸਪ੍ਰੈਸ਼ਨ ਜਿਹੜਾ ਹੈ ਲਰਨ ਕਰਨਾ, ਦਿਸ ਇਜ਼ ਐਕਸਪ੍ਰੈਸ਼ਨ ਫॉर ਐਨਰਜੀ ਇਨ ਕਿਹੜੇ ਯੂਨਿਟਸ, ਪਰ ਸੈਂਟੀਮੀਟਰ। ਠੀਕ ਹੈ ਜੀ, ਇਹ ਪਰ ਸੈਂਟੀਮੀਟਰ ਦੇ ਵਿੱਚ ਐਨਰਜੀ ਦਾ ਐਕਸਪ੍ਰੈਸ਼ਨ ਆ ਗਿਆ। ਸੋ ਜਿਹੜੀ ਇਹ ਵਾਲੀ ਟਰਮ ਹੈ ਜਿਸ ਨੂੰ ਮੈਂ ਰਾਊਂਡ ਸ਼ੇਪ ਦਿੱਤੀ ਹੋਈ ਹੈ, ਇਹਨੂੰ ਕਹਿੰਦੇ ਨੇ, ਇਹਨੂੰ ਅਸੀਂ ਲਿਖ ਸਕਦੇ ਹਾਂ ਇਹ ਸਾਰਾ ਕੌਂਸਟੈਂਟ ਹੀ ਹੈ। ਠੀਕ ਹੈ ਨਾ, ਕਿਉਂ ਨਾ ਆਪਾਂ ਇਹ ਸਾਰੇ ਕੌਂਸਟੈਂਟਸ ਨੂੰ ਇੱਕ ਕੌਂਸਟੈਂਟ ਲਿਖ ਲਈਏ ਦੈਟ ਇਜ਼ B। B ਕੀ ਹੈ ਇੱਥੇ, ਬਹੁਤ ਇੰਪੋਰਟੈਂਟ, ਵੈਰੀ ਇੰਪੋਰਟੈਂਟ, ਦੈਟ ਇਜ਼ ਰੋਟੇਸ਼ਨਲ ਕੌਂਸਟੈਂਟ। ਠੀਕ ਹੈ ਜੀ, ਇਹਨੂੰ ਕੀ ਕਿਹਾ ਜਾਂਦਾ ਹੈ, ਦਿਸ ਇਜ਼ ਰੋਟੇਸ਼ਨਲ ਕੌਂਸਟੈਂਟ।
ਸੋ ਤੁਸੀਂ ਕੀ ਕਰ ਦੇਣਾ ਹੁਣ ਇਹਨੂੰ ਇਹਦੀ ਜਗ੍ਹਾ ਤੇ ਤੁਸੀਂ ਬੀ ਲਗਾ ਦਿਓ ਤਾਂ ਕੀ ਫਾਰਮੂਲਾ ਬਣ ਗਿਆ, ਦੇਖੋ ਬਹੁਤ ਛੋਟਾ ਜਿਹਾ ਫਾਰਮੂਲਾ ਬਣ ਗਿਆ। ਤਾਂ ਇਹ ਬਣ ਜਾਂਦਾ ਇੰਪੋਰਟੈਂਟ, ਇਹਦੇ ਬੇਸ ਤੇ ਹੋ ਸਕਦੇ ਨੇ ਕੁਐਸਚਨ ਤੁਹਾਡੇ ਡਿਵੈਲਪ ਓਕੇ ਇਨ ਮਾਸਟਰ ਕੈਡਰ 2020। ਸੋ ਇਹਦੇ ਵਿੱਚ ਕੀ ਹੋਏਗਾ, ਤੁਸੀਂ ਐਨਰਜੀ ਦਾ ਜਿਹੜਾ ਫਾਰਮੂਲਾ ਲਰਨ ਕਰ ਲਓ, ਦੈਟ ਇਜ਼ ਇਕੁਅਲ ਟੂ ਬੀ ਜੇ ਇੰਟੂ ਜੇ ਪਲਸ 1। ਸੋ ਇਹ ਐਕਸਪ੍ਰੈਸ਼ਨ ਜਿਹੜਾ ਹੈਗਾ ਇਨ ਟਰਮਸ ਆਫ ਪਰ ਸੈਂਟੀਮੀਟਰ ਹੈ ਜੀ, ਪਰ ਸੈਂਟੀਮੀਟਰ ਦੇ ਬੇਸ ਤੇ ਹੀ ਅਸੀਂ ਇਹਦਾ ਅੱਗੇ ਡਿਸਕਸ ਕਰਨਾ ਹੈ। ਹੁਣ ਜੋ B ਹੈ, B ਇਜ਼ ਵਾਟ, ਦੈਟ ਇਜ਼ ਰੋਟੇਸ਼ਨਲ ਕਾਂਸਟੈਂਟ। ਜੇਕਰ B ਦਾ ਫਾਰਮੂਲਾ ਪੁੱਛਿਆ ਜਾਂਦਾ ਤਾਂ ਦਿਸ ਇਜ਼ ਫਾਰਮੂਲਾ, ਕਿਉਂਕਿ ਅਸੀਂ ਇਸੇ ਨੂੰ ਹੀ B ਲਿਖਿਆ, ਇਹ ਹੈਗਾ ਇਨ ਟਰਮ ਆਫ ਪਰ ਸੈਂਟੀਮੀਟਰ। ਜੇਕਰ ਅਸੀਂ ਗੱਲ ਕਰੀਏ ਜਾਊਲ ਦੀ ਤਾਂ ਕੀ ਆ ਜਾਏਗਾ, ਜਾਊਲ ਦੇ ਵਿੱਚ ਤੁਸੀਂ ਉੱਪਰ ਵਾਲਾ ਐਕਸਪ੍ਰੈਸ਼ਨ ਜਿਹੜਾ ਸੀ E ਦਾ ਉੱਥੋਂ ਜਾਊਲ ਦੇ ਵਿੱਚ ਕੱਢ ਸਕਦੇ ਹੋ। ਸੋ ਇਹ ਤੁਸੀਂ એનર્ਜੀ ਦਾ ਫਾਰਮੂਲਾ ਕੀ ਕਰਨਾ ਹੈ, ਲਰਨ ਕਰਨਾ ਹੈ। ਲਿਖ ਲਓ ਇਹਨਾਂ ਨੂੰ, ਨੋਟ ਕਰ ਲਓ, ਨੋਟਸ ਬਣਾ ਲਓ ਆਪਣੇ। ਨੈਕਸਟ ਅਸੀਂ ਥੋੜੀ ਗੱਲ ਕਰਦੇ ਹਾਂ ਮੂਵਮੈਂਟ ਆਫ ਇਨਰਸ਼ੀਆ ਦੀ। ਮੂਵਮੈਂਟ ਆਫ ਇਨਰਸ਼ੀਆ ਨੂੰ ਡਿਨੋਟ ਕੀਤਾ ਜਾਂਦਾ ਹੈ I ਨਾਲ। ਮੈਂ ਤੁਹਾਨੂੰ ਇਸ ਦਾ ਕੰਸੈਪਟ ਸਮਝਾਉਂਗੀ ਦੋ ਐਗਜ਼ਾਮਪਲਸ ਦੇ ਨਾਲ, ਠੀਕ ਹੈ ਨਾ। ਇੱਕ ਤਾਂ ਐਗਜ਼ਾਮਪਲ ਹੋ ਸਕਦੀ ਹੈ ਐਵੇਂ, ਇੱਕ ਐਗਜ਼ਾਮਪਲ ਹੋ ਸਕਦੀ ਹੈ ਇੱਦਾਂ। ਇਹ ਕਿੱਦਾਂ, ਐਵੇਂ ਲੱਗ ਰਿਹਾ ਜਿੱਦਾਂ ਸਿਮੈਟ੍ਰੀਕਲ ਹੁੰਦਾ ਹੈ ਨਾ। ਜੇਕਰ ਆਪਾਂ ਇੱਥੇ ਲਾਈਨ ਡਰਾ ਕਰੀਏ, ਜਿੱਦਾਂ ਇੱਧਰ ਦਿਖਾਈ ਦੇ ਰਿਹਾ ਉੱਦਾਂ ਹੀ ਉੱਧਰ ਦਿਖਾਈ ਦੇ ਰਿਹਾ, ਦੈਟ ਮੀਨ ਇਸ ਤਰੀਕੇ ਦੇ ਕੇਸ ਦੇ ਵਿੱਚ ਕੀ ਹੋਏਗਾ, ਅਸੀਂ ਮੂਵਮੈਂਟ ਆਫ ਇਨਰਸ਼ੀਆ ਕੱਢਣਾ। ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾਊਗਾ ਕਿ CO2, ਠੀਕ ਹੈ ਨਾ, ਤੁਹਾਨੂੰ C ਦਾ ਮਾਸ ਦੇ ਦਿੱਤਾ ਜਾਊਗਾ। ਵੈਸੇ ਵੀ ਤੁਹਾਨੂੰ ਪਤਾ ਹੈ C ਦਾ ਮਾਸ ਕਿੰਨਾ ਹੁੰਦਾ, ਆਕਸੀਜਨ ਦਾ ਵੀ ਪਤਾ ਕਿੰਨਾ ਹੁੰਦਾ। ਸੋ ਦੋਨਾਂ ਦੇ ਮਾਸਿਸ ਦਿੱਤੇ ਜਾਣਗੇ, ਦੋਨਾਂ ਦੇ ਵਿੱਚ ਗੈਪ ਦਿੱਤਾ ਜਾਊਗਾ। ਤੁਹਾਨੂੰ ਕਹਿਣਗੇ ਕਿ ਮੂਵਮੈਂਟ ਆਫ ਇਨਰਸ਼ੀਆ ਕੱਢੋ, ਠੀਕ ਹੈ, ਵੈਰੀ ਈਜ਼ੀ। ਜੇ ਤੁਹਾਨੂੰ ਉੱਥੇ ਫਾਰਮੂਲਾ ਆਉਂਦਾ ਹੋਏਗਾ ਨਾ, ਤੁਸੀਂ ਈਜ਼ੀਲੀ ਇਹਦਾ ਜਿਹੜਾ ਹੈਗਾ ਮੂਵਮੈਂਟ ਆਫ ਇਨਰਸ਼ੀਆ ਕੱਢ ਸਕਦੇ ਹੋ। ਇਸ ਕੇਸ ਦੇ ਵਿੱਚ ਜੋ ਮੂਵਮੈਂਟ ਆਫ ਇਨਰਸ਼ੀਆ ਹੈਗਾ ਉਹ ਸੈਂਟਰ ਤੇ ਲਾਈ ਕਰੂਗਾ। ਵਾਈ, ਕਿਉਂਕਿ ਦੇਖੋ ਇੱਧਰ ਵੀ ਉਨਾ ਹੀ ਮਾਸ ਹੈ, ਇੱਧਰ ਵੀ ਉਨਾ ਹੀ ਮਾਸ ਹੈ, ਦੋਨੋਂ ਜਿਹੜੇ ਨੇ ਸੇਮ ਲੀਗੈਂਡ ਲੱਗੇ ਹੋਏ ਨੇ ਜਾਂ ਸੇਮ ਗਰੁੱਪ ਲੱਗੇ ਹੋਏ ਨੇ, ਇਸ ਕਰਕੇ ਸੈਂਟਰ ਦੇ ਉੱਤੇ ਮੂਵਮੈਂਟ ਆਫ ਇਨਰਸ਼ੀਆ ਜਿਹੜਾ ਹੈਗਾ ਉਹ ਲਾਈ ਕਰੂਗਾ, ਠੀਕ ਹੈ ਨਾ। ਹੁਣ ਦੇਖੋ ਮੂਵਮੈਂਟ ਆਫ ਇਨਰਸ਼ੀਆ ਇੱਥੇ ਲਾਈ ਕਰ ਰਿਹਾ, ਇਹਦੇ ਵਿੱਚ ਜਿਹੜਾ ਡਿਸਟੈਂਸ ਹੈ ਉਸਨੂੰ ਅਸੀਂ ਸਪੋਜ਼ ਕੀਤਾ R1, ਇਹਦੇ ਵਿੱਚ ਜਿਹੜਾ ਡਿਸਟੈਂਸ ਹੈ ਸਪੋਜ਼ R2। ਐਜ਼ ਯੂ ਨੋ ਦੋਨੋਂ ਡਿਸਟੈਂਸਿਸ ਸੇਮ ਨੇ, ਜੇਕਰ ਇਹ 5 ਹੋਏਗਾ ਤਾਂ ਇਹ ਵੀ 5 ਹੋਏਗਾ, ਜੇ 4 ਹੈ ਤਾਂ ਇਹ ਵੀ 4 ਹੋਏਗਾ। ਮੀਨਸ ਦੋਨੋਂ ਜਿਹੜੇ ਡਿਸਟੈਂਸਿਸ ਨੇ ਸੇਮ ਨੇ। ਮੈਨੂੰ ਲੱਗਦਾ ਵੀ ਮਾਸਿਸ ਵੀ ਸੇਮ ਨੇ, ਹੈ ਨਾ। ਸੋ M1 M2 ਵੀ ਸੇਮ ਨੇ। ਸੋ ਕੀ ਹੁੰਦਾ ਫਾਰਮੂਲਾ, ਦੈਟ ਇਜ਼ I ਇਜ਼ ਇਕੁਅਲ ਟੂ, ਫਾਰਮੂਲਾ ਜੀ ਇਹ ਹੁੰਦਾ ਹੈ, ਠੀਕ ਹੈ ਨਾ। ਇਹ ਆ ਗਿਆ M1 R1 ਸਕੁਅਰ M2 R2 ਸਕੁਅਰ। ਤੁਸੀਂ ਇਹਨੂੰ ਚੇਂਜ ਕਰ ਦਿਓ, ਠੀਕ ਹੈ ਨਾ, ਇਹਨੂੰ ਚੇਂਜ ਕਰ ਦਿਓ। ਓਕੇ, ਚੇਂਜ ਕਰਕੇ ਮਤਲਬ M2 ਦੀ ਜਗ੍ਹਾ ਤੇ ਕੀ ਪਲੇਸ ਕਰ ਲਿਆ, M1, R2 ਦੀ ਜਗ੍ਹਾ ਤੇ R1। ਸੋ ਮੈਨੂੰ ਲੱਗਦਾ ਕਿ ਕੀ ਹੋ ਗਿਆ, ਦੈਟ ਇਜ਼, ਇਹ ਤਾਂ ਦੋਨੋਂ ਸੇਮ ਹੀ ਹੋ ਗਏ। ਸੋ ਇਹਨਾਂ ਨੂੰ ਟਵਾਈਸ ਹੋ ਗਏ ਸਰ, ਦੋ ਵਾਰ ਜਿਹੜਾ ਹੈਗਾ ਇਹਨੂੰ ਲਿਖਤਾ। ਸੋ ਇਸ ਕੇਸ ਦੇ ਵਿੱਚ ਜਿੱਦਾਂ ਤੁਹਾਨੂੰ ਕਿੱਦਾਂ ਦੀ ਫਾਰਮ ਨਜ਼ਰ ਆਏਗੀ, ਦੈਟ ਇਜ਼ A, ਇੱਧਰ ਵੀ ਆਊਗਾ B, ਇੱਧਰ ਵੀ B ਹੋਊਗਾ, ਠੀਕ ਹੈ। ਸੋ ਇਸ ਕੇਸ ਦੇ ਵਿੱਚ ਜਿਹੜਾ ਤੁਹਾਡਾ ਫਾਰਮੂਲਾ ਬਣੂਗਾ ਮੂਵਮੈਂਟ ਆਫ ਇਨਰਸ਼ੀਆ ਦਾ, ਨੋਟ ਕਰ ਲਓ ਇਹ ਫਾਰਮੂਲਾ ਹੁੰਦਾ, ਠੀਕ ਹੈ ਜੀ। ਮੇਨ ਤੁਹਾਨੂੰ ਮਾਸ ਪਤਾ ਹੋਣਾ ਚਾਹੀਦਾ, ਮੇਨ ਤੁਹਾਨੂੰ ਡਿਸਟੈਂਸ ਪਤਾ ਹੋਣਾ ਚਾਹੀਦਾ। ਓਕੇ, ਫਾਰਮੂਲਾ ਅਪਲਾਈ ਕਰ ਦਿਓ, ਮੂਵਮੈਂਟ ਆਫ ਇਨਰਸ਼ੀਆ ਜਿਹੜਾ ਤੁਸੀਂ ਫਾਈਂਡ ਕਰ ਸਕਦੇ ਹੋ। ਬਟ ਜੇਕਰ ਅਸੀਂ HCl ਦੀ ਗੱਲ ਕਰੀਏ, HCl ਕੇਸ ਦੇ ਵਿੱਚ ਕਿੱਦਾਂ ਮੂਵਮੈਂਟ ਆਫ ਇਨਰਸ਼ੀਆ ਕੱਢੋਗੇ। ਦੇਖੋ ਪਹਿਲਾਂ ਤਾਂ ਇਹ ਡਿਸਾਈਡ ਕਰੋ ਕਿ ਮੂਵਮੈਂਟ ਆਫ ਇਨਰਸ਼ੀਆ ਲਾਈ ਕਿੱਥੇ ਕਰੇਗਾ। ਜਿਹੜਾ ਇਹ ਹੈ, ਇਹਨੂੰ ਮੈंने ਰਿਪਰੈਜ਼ੈਂਟ ਕੀਤਾ ਸਮਾਲ ਸਰਕਲ ਦੇ ਨਾਲ, ਇਹਦਾ ਕੰਪੈਰੀਜ਼ਨ 'ਚ ਸਾਈਜ਼ ਥੋੜਾ ਵੱਡਾ ਹੁੰਦਾ, ਸੋ ਇਹਨੂੰ ਥੋੜਾ ਵੱਡੇ ਸਰਕਲ ਦੇ ਨਾਲ ਆਪਾਂ ਨੇ ਰਿਪਰੈਜ਼ੈਂਟ ਕਰ ਲਿਆ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜੋ ਵੱਡਾ ਸਰਕਲ ਹੈ, ਠੀਕ ਹੈ ਨਾ, ਉਹਦੇ ਵੱਲ ਇਹਦਾ ਮਾਸ ਜ਼ਿਆਦਾ ਹੋਏਗਾ। ਓਕੇ, M2 ਜੋ ਹੈ ਇੱਥੇ M2 ਗ੍ਰੇਟਰ ਹੈ M1 ਨਾਲੋਂ, ਤਾਂ ਕੀ ਹੋਏਗਾ, ਜਿਹੜਾ ਮੂਵਮੈਂਟ ਆਫ ਇਨਰਸ਼ੀਆ ਇਹਦੀ ਤਰਫ ਲਾਈ ਕਰੇਗਾ, ਠੀਕ ਹੈ ਨਾ। ਸੋ ਇਹੀ ਤੁਸੀਂ ਮੂਵਮੈਂਟ ਆਫ ਇਨਰਸ਼ੀਆ ਨੂੰ ਫਾਈਂਡ ਕਰਨਾ। ਸੋ ਇਹਦਾ ਮਾਸ ਲੈ ਲਓ M1, ਇਹਦਾ ਮਾਸ ਲੈ ਲਓ M2, ਸੋ ਇਹਦਾ ਡਿਸਟੈਂਸ R1, ਦਿਸ ਇਜ਼ R2। ਟੋਟਲ ਡਿਸਟੈਂਸ ਹੈ ਜਿਹੜਾ ਉਹ ਤੁਸੀਂ ਲੈ ਸਕਦੇ ਹੋ R0 ਜਾਂ ਸਿੰਪਲੀ R ਵੀ ਲੈ ਸਕਦੇ ਹੋ। ਸੋ ਇਹਦਾ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਹੋਏਗਾ ਉਹਦਾ ਫਾਰਮੂਲਾ ਤੁਸੀਂ ਲਰਨ ਕਰ ਲਓ, I ਇਜ਼ ਇਕੁਅਲ ਟੂ ਮਿਊ R0 ਸਕੁਅਰ। ਓਕੇ, I ਇਜ਼ ਇਕੁਅਲ ਟੂ ਮਿਊ ਨੋਟ R ਸਕੁਅਰ। ਸੋ ਕੀ ਬਣੇਗਾ, ਦੈਟ ਇਜ਼ ਮਿਊ ਨੋਟ ਇਜ਼ ਵਾਟ ਹੇਅਰ, ਦੈਟ ਇਜ਼ ਰਿਡਿਊਸਡ ਮਾਸ। ਮਿਊ ਨੂੰ ਕੀ ਕਿਹਾ ਜਾਂਦਾ, ਦੈਟ ਇਜ਼ ਰਿਡਿਊਸਡ ਮਾਸ। R0 ਕੀ ਹੈ, ਇਹਨੂੰ ਬੌਂਡ ਲੈਂਥ ਵੀ ਕਿਹਾ ਜਾਂਦਾ ਹੈ। ਦੇਖੋ ਐਗਜ਼ਾਮ ਦੇ ਵਿੱਚ ਤੁਹਾਨੂੰ ਹੋ ਸਕਦਾ ਮੂਵਮੈਂਟ ਆਫ ਇਨਰਸ਼ੀਆ ਦਿੱਤਾ ਹੋਵੇ, ਰਿਡਿਊਸ ਮਾਸ ਦਿੱਤਾ ਹੋਵੇ, ਤੁਹਾਨੂੰ ਉਹ ਕਹੇ ਬੌਂਡ ਲੈਂਥ ਕੱਢੋ। ਸੋ ਐਗਜ਼ਾਮ 'ਚ ਕੁਐਸਚਨ ਤਾਂ ਕਿਵੇਂ ਵੀ ਬਣ ਸਕਦਾ, ਠੀਕ ਹੈ ਨਾ। ਸੋ ਇਹਦੇ ਅਕੋਰਡਿੰਗ ਜਿਹੜਾ ਮਿਊ ਦਾ ਫਾਰਮੂਲਾ ਹੁੰਦਾ, ਤੁਸੀਂ ਕਹੋਗੇ ਕਿ ਮਿਊ ਕਿੱਦਾਂ ਕੱਢਾਂਗੇ। ਮਿਊ ਹੁੰਦਾ ਫਾਰਮੂਲਾ, ਦੈਟ ਇਜ਼ ਦਿਸ। ਮਿਊ ਦਾ ਫਾਰਮੂਲਾ ਹੁੰਦਾ M1 M2 ਓਵਰ M1 ਪਲੱਸ M2, ਠੀਕ ਹੈ ਜੀ। ਬੌਂਡ ਲੈਂਥ ਤੁਸੀਂ ਇੱਥੋਂ ਕੱਢ ਸਕਦੇ ਹੋ, ਜਾਂ ਮਿਊ ਕੱਢ ਸਕਦੇ ਹੋ, ਜਾਂ I ਕੁਝ ਵੀ ਕੱਢਿਆ ਜਾ ਸਕਦਾ। ਓਕੇ,
ਦਿਸ ਇਜ਼ ਆਲ ਅਬਾਊਟ ਮੂਵਮੈਂਟ ਆਫ ਇਨਰਸ਼ੀਆ। ਐਂਡ ਨੈਕਸਟ ਗੱਲ ਕਰਦੇ ਹਾਂ ਕਿ ਹਾਊ ਟੂ ਡਰਾ ਦਾ ਐਨਰਜੀ ਲੈਵਲਸ। ਹੁਣ ਐਨਰਜੀ ਲੈਵਲਸ ਕਿੱਦਾਂ ਡਰਾ ਕਰਦੇ ਆ, ਇਹ ਵੀ ਬਹੁਤ ਈਜ਼ੀ ਟੌਪਿਕ ਹੈ। ਇਹਦੇ ਵਿੱਚ ਕੀ ਹੈ, ਡਰਾ, ਹਾਊ ਟੂ ਡਰਾ, ਠੀਕ ਹੈ ਨਾ। ਰੋਟੇਸ਼ਨਲ ਸਪੈਕਟਰੋਸਕੋਪੀ ਚੱਲ ਰਿਹਾ ਹੈ, ਇਹਦੇ ਵਿੱਚ ਅਸੀਂ ਐਨਰਜੀ ਲੈਵਲਸ ਡਰਾ ਕਰਨੇ ਨੇ। ਕਿਵੇਂ ਡਰਾ ਕਰਾਂਗੇ, ਦੇਖੋ ਮੈਂ ਤੁਹਾਨੂੰ ਹੁਣੇ ਦੱਸਿਆ ਸੀ ਨਾ ਕਿ ਤੁਸੀਂ ਇਹ ਜੋ ਐਨਰਜੀ ਦਾ ਐਕਸਪ੍ਰੈਸ਼ਨ ਹੈ ਲਰਨ ਕਰਨਾ। ਹੁਣ ਤੁਹਾਨੂੰ ਲਰਨ ਹੋ ਗਿਆ ਹੋਊਗਾ, ਠੀਕ ਹੈ ਨਾ। ਤੁਸੀਂ ਕੀ ਕਰਨਾ, ਐਨਰਜੀ ਲੈਵਲਸ ਬਣਾਉਣੇ ਨੇ। ਸੋ ਤੁਹਾਨੂੰ ਕੀ ਕਰਨਾ, ਜੇ ਦੀਆਂ ਵੈਲਿਊਜ਼ ਪੁੱਟ ਕਰੀ ਜਾਣੀਆਂ ਨੇ ਤੇ ਐਨਰਜੀ ਦੀਆਂ ਵੈਲਿਊਜ਼ ਆਈ ਜਾਣਗੀਆਂ। ਓਕੇ, ਅਸੀਂ ਉੱਪਰ ਕਿਹਾ ਸੀ ਕਿ ਜੋ ਜੇ ਦੀਆਂ ਵੈਲਿਊਜ਼ ਨੇ ਉਹ ਕਿੱਥੋਂ ਸਟਾਰਟ ਹੁੰਦੀਆਂ ਨੇ, 0 1 2 ਅਪ ਟੂ ਸੋ ਔਨ। ਸੋ ਸਭ ਤੋਂ ਪਹਿਲਾਂ ਤੁਸੀਂ 0 ਨੂੰ 1 ਪੁੱਟ ਕਰ ਦਿਓ, ਇਹਦੇ ਵਿੱਚ 0 ਪੁੱਟ ਕਰਕੇ ਦੇਖੋ, ਸੌਰੀ ਜੇ ਨੂੰ 0 ਪੁੱਟ ਕਰ ਦਿਓ ਤਾਂ ਈ ਡੈਸ਼ ਦੀ ਵੈਲਿਊ ਕੱਢ ਕੇ ਦੇਖੋ ਕਿੰਨੀ ਆਊਗੀ, 0 ਆ ਜਾਊਗੀ। ਫਿਰ ਤੁਸੀਂ ਇਹਦੇ ਵਿੱਚ ਜੇ ਨੂੰ 1 ਪੁੱਟ ਕਰਕੇ ਦੇਖੋ ਐਂਡ ਸੋਲਵ ਕਰੋ, ਈ ਡੈਸ਼ ਦੀ ਵੈਲਿਊ 2b ਆ ਜਾਊਗੀ। ਜੇ ਨੂੰ 2 ਪੁੱਟ ਕਰਕੇ ਦੇਖੋ ਤਾਂ ਈ ਡੈਸ਼ ਦੀ ਵੈਲਿਊ ਕਿੰਨੀ ਆ ਜਾਊਗੀ, 6b ਆ ਜਾਊਗੀ। ਜੇ ਦੀ ਵੈਲਿਊ 3 4 ਇੱਦਾਂ ਜੋ ਹੈ, ਜੇ ਦੀਆਂ ਵੈਲਿਊਜ਼ ਤੁਸੀਂ ਪੁੱਟ ਕਰਦੇ ਜਾਓਗੇ ਤਾਂ ਤੁਹਾਡੇ ਕੋਲ ਕਿਹਦੀਆਂ ਵੈਲਿਊਜ਼ ਆਉਂਦੀਆਂ ਜਾਣਗੀਆਂ, ਐਨਰਜੀ ਲੈਵਲਸ ਦੀਆਂ, ਮਤਲਬ ਐਨਰਜੀ ਲੈਵਲ ਆਉਂਦਾ ਜਾਏਗਾ। ਜੇਕਰ ਅਸੀਂ ਹੁਣ ਡਰਾ ਕਰੀਏ, ਡਰਾ ਕਿੱਦਾਂ ਦਾ ਹੋਊਗਾ, ਆ ਚੱਕੋ ਜੀ ਆਪਾਂ ਨੇ ਡਰਾ ਕਰ ਲਿਆ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਕਿਵੇਂ ਆ, ਜਿਵੇਂ ਆਪਾਂ ਨੇ ਉੱਪਰ ਕਿਹਾ ਸੀ ਕਿ ਜੇ ਦੀ ਵੈਲਿਊ ਪੁੱਟ ਕਰ ਲਓ, ਦੇਖੋ ਇਹ 0 ਲੈਵਲ ਹੈ। ਓਕੇ, ਇਹ 0 ਲੈਵਲ ਹੈ, ਠੀਕ ਹੈ ਨਾ। ਜਦੋਂ ਜੇ ਦੀ ਵੈਲਿਊ ਕੀ ਹੈ, 0, ਇਹਦਾ ਮਤਲਬ ਇਹ ਹੁੰਦਾ ਹੈ ਕਿ ਇੱਥੇ ਜਿਹੜਾ ਮੋਲੀਕਿਊਲ ਹੈ ਨਾ ਉਹ ਰੋਟੇਟ ਨਹੀਂ ਕਰ ਰਿਹਾ। ਓਕੇ, ਉਹ ਸਿੰਪਲੀ ਜਿੱਦਾਂ HCl ਹੈ, ਬਸ ਉਹ ਸਿੰਪਲੀ ਕੌਨਸਟੈਂਟਲੀ ਇੱਕ ਜਗ੍ਹਾ 'ਤੇ ਪਿਆ, ਮਤਲਬ ਉਹ ਰੋਟੇਟ ਨਹੀਂ ਕਰ ਰਿਹਾ। ਸੋ ਇਹਦਾ ਮਤਲਬ ਹੈ ਗਰਾਊਂਡ ਸਟੇਟ 'ਤੇ ਹੈ। ਓਕੇ, ਇਹ ਹੁੰਦਾ 0 ਲੈਵਲ। ਉਸ ਤੋਂ ਬਾਅਦ ਆ ਜਾਂਦਾ ਜੇ ਦੀ ਵੈਲਿਊ 1, ਫਿਰ ਉਸ ਤੋਂ ਬਾਅਦ ਆ ਗਈ 2 ਵੈਲਿਊ, ਫਿਰ 3 ਆ ਗਈ, 4 ਆ ਗਈ, ਠੀਕ ਹੈ ਨਾ। ਇਹ ਸਾਨੂੰ ਕਿੱਦਾਂ ਪਤਾ ਲੱਗਿਆ, ਸੀ ਉੱਪਰ ਕੈਲਕੂਲੇਟ ਤਾਂ ਕੀਤੇ ਨੇ ਹੁਣੀ ਕਿ ਜਦੋਂ ਜੇ 0 ਹੈ ਉਦੋਂ ਈ ਵੀ 0 ਹੈ, ਜਦੋਂ ਜੇ 1 ਹੈ ਉਦੋਂ ਈ ਕਿੰਨੀ ਹੈ, 2b ਹੈ। ਓਕੇ, ਇੱਧਰ ਅਸੀਂ ਈ ਡਰਾ ਕੀਤਾ ਹੈ, ਮੀਨਸ ਇੱਧਰ ਅਸੀਂ ਜੇ ਡਰਾ ਕੀਤੇ ਨੇ। ਇੱਥੇ ਜਦੋਂ 2 ਹੈ ਉਦੋਂ ਕਿੰਨੀ ਵੈਲਿਊ ਹੋਏਗੀ, 6b। ਜਦੋਂ ਜੇ 3 ਹੈ ਤਾਂ ਐਨਰਜੀ ਦੀ ਵੈਲਿਊ 12b। ਜਦੋਂ 4 ਹੈ ਉਦੋਂ ਕਿੰਨੀ ਵੈਲਿਊ ਹੋਏਗੀ, 20b। ਓਕੇ ਜੀ, ਸੋ ਇਸ ਗ੍ਰਾਫ ਨੂੰ ਤੁਸੀਂ ਦੇਖ ਸਕਦੇ ਹੋ, ਐਨਰਜੀ ਲੈਵਲਸ ਨੂੰ ਬਿਲਕੁਲ ਹੀ ਦੇਖ ਸਕਦੇ ਹੋ। ਓਕੇ, ਜਦੋਂ ਹੁਣ ਕੀ ਹੁੰਦਾ ਹੈ, ਜਦੋਂ ਕੋਈ ਮੋਲੀਕਿਊਲ, ਠੀਕ ਹੈ ਨਾ, ਐਕਸਾਈਟ ਕਰਦਾ ਹੈ, ਮੀਨਸ ਥੋੜਾ ਰੋਟੇਟ ਕਰਨਾ ਸ਼ੁਰੂ ਕਰਦਾ ਹੈ, ਤਾਂ ਜਦੋਂ ਰੋਟੇਟ ਕਰਦਾ ਹੈ ਉਹ ਕੀ ਕਰਦਾ, ਐਕਸਾਈਟਿਡ ਸਟੇਟ ਦੇ ਵਿੱਚ ਜਾਂਦਾ ਹੈ। ਓਕੇ, ਜਦੋਂ ਹੁਣ ਉਹਦੇ ਗਰਾਊਂਡ ਸਟੇਟ ਦੇ ਵਿੱਚ ਹੈ ਤਾਂ ਉਹ ਕਿਹੜੇ ਐਨਰਜੀ ਲੈਵਲ ਦੇ ਵਿੱਚ ਜਾਏਗਾ, 2b ਦੇ ਕੋਲ ਜਾਏਗਾ, ਠੀਕ ਹੈ ਨਾ। ਸੋ ਜੇ 0 ਤੋਂ ਅਗਰ ਉਹਨੇ ਜੇ 1 ਤੱਕ ਜਾਣਾ ਹੈ ਤਾਂ ਉਹਨੂੰ ਕਿੰਨੀ ਲੋੜ ਹੈ, ਕਿੰਨੀ ਐਨਰਜੀ ਦੀ ਲੋੜ ਹੈ, ਦੈਟ ਇਜ਼ 2b ਐਨਰਜੀ। ਜਾਂ ਫਿਰ ਉਹ ਐਕਸਾਈਟ ਹੋ ਗਿਆ 0 ਤੋਂ 1 ਤੱਕ ਐਕਸਾਈਟ ਹੋ ਗਿਆ, ਦੈਟ ਮੀਨ ਉਹਨੇ ਕਿੰਨੀ ਐਨਰਜੀ ਐਕਵਾਇਰ ਕੀਤੀ ਹੈ, 2b। ਫਿਰ ਕੀ ਹੋਏਗਾ, 2b ਤੇ ਪਹੁੰਚ ਗਿਆ ਉਹ, ਹੁਣ 2b ਤੋਂ ਚਾਹੁੰਦਾ ਕਿ ਮੈਂ ਫਰਦਰ ਜਿਹੜਾ ਨੈਕਸਟ ਐਨਰਜੀ ਲੈਵਲ ਦੇ ਵਿੱਚ ਮੂਵ ਕਰਾਂ, ਦੈਟ ਇਜ਼ 2। ਜੇ ਇਕੁਅਲ ਟੂ 2 ਤੱਕ ਮੂਵ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਅਗਲੇ ਲੈਵਲ 'ਚ ਜਾਏਗਾ, ਉਹਦੇ ਕੋਲ ਕਿੰਨੀ ਐਨਰਜੀ ਆ ਜਾਏਗੀ, 6b। 2b ਐਨਰਜੀ ਤਾਂ ਉਹਦੇ ਕੋਲ ਪਹਿਲਾਂ ਹੀ ਸੀ, ਠੀਕ ਹੈ ਨਾ। ਇੱਥੇ ਤੱਕ ਜਾਂਦੇ ਹੋਏ ਉਹਨੇ ਕਿੰਨੀ ਐਨਰਜੀ ਨੂੰ ਹੋਰ ਐਕਵਾਇਰ ਕੀਤਾ, ਦੈਟ ਇਜ਼ 4b। ਹੁਣ ਉਹ ਇਸ ਪੋਜੀਸ਼ਨ 'ਤੇ ਪਹੁੰਚ ਗਿਆ, ਠੀਕ ਹੈ। ਫਿਰ ਉਹ ਅਗਲੇ ਲੈਵਲ 'ਤੇ ਜਾਊਗਾ, ਮਤਲਬ ਜਿੰਨਾ ਜ਼ਿਆਦਾ ਉਹ ਐਨਰਜੀ ਐਕਵਾਇਰ ਕਰਦਾ ਜਾ ਰਿਹਾ ਓਨੀ ਉਹਦੀ ਰੋਟੇਸ਼ਨ ਜਿਹੜੀ ਹੈਗੀ ਹੈ ਉਹ ਇਨਕਰੀਜ਼ ਹੁੰਦੀ ਜਾ ਰਹੀ ਆ, ਓਨਾ ਜ਼ਿਆਦਾ ਉਹ ਰੋਟੇਟ ਹੁੰਦਾ ਜਾ ਰਿਹਾ, ਠੀਕ ਹੈ ਨਾ। ਫਿਰ ਉਹ ਕਿੱਥੇ ਮੂਵ ਕਰ ਗਿਆ, ਉੱਪਰਲੇ 12b ਦੇ ਵਿੱਚ। ਓਕੇ, ਤਾਂ ਫਿਰ ਉਹਨੇ ਮੀਨਸ 4b ਤਾਂ ਉਹਦੇ ਕੋਲ ਪਹਿਲਾਂ ਹੀ ਸੀ, ਫਿਰ 6b ਹੋ ਗਿਆ। ਹੁਣ ਉਹਨੇ ਕਿੰਨੀ ਹੋਰ ਐਕਵਾਇਰ ਕਰ ਲਈ, ਦੈਟ ਇਜ਼ 6b। 6b ਹੋਰ ਐਕਵਾਇਰ ਕਰਨ ਤੋਂ ਬਾਅਦ ਉਹਦੇ ਕੋਲ ਹੁਣ ਕਿੰਨੀ ਐਨਰਜੀ ਹੈ, 12b। ਇਸ ਤਰੀਕੇ ਦੇ ਨਾਲ ਜੋ ਹੈ ਮੋਲੀਕਿਊਲ ਰੋਟੇਟ ਕਰਦਾ ਜਾ ਰਿਹਾ ਐਂਡ ਕੀ ਕਰਦਾ ਜਾ ਰਿਹਾ, ਐਨਰਜੀ ਨੂੰ ਐਕਵਾਇਰ ਕਰਦਾ ਜਾ ਰਿਹਾ। ਸੋ ਇਹ ਐਨਰਜੀ ਲੈਵਲਸ ਹੁੰਦੇ ਨੇ ਰੋਟੇਸ਼ਨਲ ਸਪੈਕਟਰਾ ਦੇ ਵਿੱਚ। ਜੇਕਰ ਅਸੀਂ ਸਪੈਕਟਰਮ ਦੀ ਗੱਲ ਕਰੀਏ, ਓਕੇ, ਦਿਸ ਇਜ਼ ਸਪੈਕਟਰਮ। ਸਪੈਕਟਰਮ ਕਿਵੇਂ ਬਣੇਗਾ, ਦੇਖੋ ਪਹਿਲਾਂ ਉਹਦੇ ਕੋਲ ਜਦੋਂ ਉਹ ਇੱਕ ਮਤਲਬ ਇੱਥੋਂ ਮੂਵ ਕੀਤਾ ਸੀ ਉਹਦੇ ਕੋਲ ਕਿੰਨੀ ਐਨਰਜੀ ਆਈ ਸੀ, 2b। ਓਕੇ, ਉਹਦੀ ਲਾਈਨ ਆ, ਇੱਥੇ ਲਾਈਨ ਤੁਸੀਂ ਡਰਾ ਕਰ ਸਕਦੇ ਹੋ। ਫਿਰ ਉਹਨੇ ਕਿੰਨੀ ਐਨਰਜੀ ਨੂੰ ਐਕਵਾਇਰ ਕੀਤਾ ਕਿ ਉਹ 6b ਤੱਕ ਪਹੁੰਚੇ, 4, ਤਾਂ 4 ਵਾਲੀ ਲਾਈਨ ਡਰਾ ਕਰ ਸਕਦੇ ਹੋ, ਮਤਲਬ ਕਿੰਨੀ ਐਕਵਾਇਰ ਕਰ ਰਿਹਾ। ਓਕੇ, ਫਿਰ ਉਹਨੇ 6b ਨੂੰ ਐਕਵਾਇਰ ਕੀਤਾ ਹੋਊਗਾ ਤਾਂ ਹੀ 12 ਕੋਲ ਪਹੁੰਚਿਆ। ਫਿਰ ਉਹ 8b ਨੂੰ ਐਕਵਾਇਰ ਕਰਦਾ ਹੈ, ਫਿਰ ਅਗਲੇ ਲੈਵਲ 'ਤੇ ਪਹੁੰਚਦਾ, ਫਿਰ 10b ਐਕਵਾਇਰ ਕਰਦਾ। ਮੀਨਸ 2 ਜਿਹੜਾ ਹੈ ਇਨਕਰੀਜ਼ ਹੁੰਦਾ ਜਾ ਰਿਹਾ ਹਰ ਲੈਵਲ ਦੇ ਵਿੱਚ, ਕਿੰਨਾ ਇਨਕਰੀਜ਼ ਹੁੰਦਾ ਜਾ ਰਿਹਾ, 2। ਸੋ ਇਹ ਕੀ ਹੈ, ਦਿਸ ਇਜ਼ ਰੋਟੇਸ਼ਨਲ ਸਪੈਕਟਰਮ। ਓਕੇ, ਕਿਸੇ ਮੋਲੀਕਿਊਲ ਦਾ ਕੀ ਹੈ, ਰੋਟੇਸ਼ਨਲ ਸਪੈਕਟਰਾ ਡਰਾ ਕੀਤਾ ਅਸੀਂ ਕਿੰਨੇ ਕਿੰਨੇ ਗੈਪ ਦੇ ਨਾਲ। ਦੇਖੋ ਅਗਰ ਨੈਕਸਟ ਜਿਹੜਾ ਹੈ ਤੁਸੀਂ ਫਰਦਰ ਤੁਹਾਨੂੰ ਨਹੀਂ ਪਤਾ, ਤੁਸੀਂ ਖੁਦ ਅੰਦਾਜ਼ੇ ਨਾਲ ਡਰਾ ਵੀ ਕਰ ਸਕਦੇ ਹੋ ਕਿੰਨੇ ਕਿੰਨੇ ਦਾ ਗੈਪ ਹੋ ਰਿਹਾ, 2 ਦਾ ਗੈਪ ਹੋ ਰਿਹਾ। 16 ਤੋਂ ਬਾਅਦ ਉਹ ਕਿੰਨਾ ਐਕਵਾਇਰ ਕਰੂਗਾ, 2 ਹੋਰ ਐਕਵਾਇਰ
एक्वायर करेगा दैट इज़ कितना आ जाएगा 18B। सो ऐसे हिसाब नाल तुसी कर सकते हो। और ਜਿਹੜਾ केस मैं डिस्कस कर रही हाँ ना, ये केस हैगा रिजिड रोटेटर का। ਹੁਣ ਰਿਜਿਡ ਰੋਟੇਟਰ ਕਿਹੜੇ ਹੁੰਦੇ ਨੇ, ਜਿਹੜੇ ਮਤਲਬ ਕੀ ਕਰਦੇ ਨੇ ਇੱਕੋ ਹੀ ਜਿਹੜੀ ਕੌਂਸਟੈਂਟ એનર્ਜੀ ਐਕਵਾਇਰ ਕਰਦੇ ਜਾ ਰਹੇ ਨੇ, ਠੀਕ ਹੈ ਨਾ। ਪਹਿਲਾਂ ਕਿੰਨੀ ਕੀਤੀ 2B, ਫਿਰ ਕਿੰਨੀ ਕੀਤੀ 4B, ਓਕੇ। ਇੱਥੋਂ ਤੋਂ ਇੱਥੇ ਤੱਕ 2B ਕੀਤੀ, ਫਿਰ 4B એનર્ਜੀ ਉਹਨਾਂ ਨੇ ਐਕਵਾਇਰ ਕੀਤੀ, ਫਿਰ 6B એનર્ਜੀ ਐਕਵਾਇਰ ਕੀਤੀ, ਫਿਰ ਕਿੰਨੀ ਕੀਤੀ 8B ਐਕਵਾਇਰ ਕੀਤੀ, ਫਿਰ ਕਿੰਨੀ ਕੀਤੀ 12B ਐਕਵਾਇਰ ਕੀਤੀ। ਮੀਨਸ 2 ਦੇ ਗੈਪ ਨਾਲ ਜਿਹੜਾ ਹੈਗਾ ਗਾ ਕੀ ਕਰ ਰਹੇ ਨੇ, ਐਕਵਾਇਰ ਕਰ ਰਹੇ ਨੇ, ਓਕੇ। ਪਹਿਲਾਂ 2 ਫਿਰ 4 ਫਿਰ 6 ਹੈ ਨਾ, 2 ਦੇ ਗੈਪ ਨਾਲ ਕੀ ਹੋ ਰਿਹਾ ਹੈ, ਨਿਊ એનર્ਜੀ ਜਿਹੜੀ ਹੈ ਐਕਵਾਇਰ ਕੀਤੀ ਜਾ ਰਹੀ ਹੈ। ਸੋ ਜਿਸ ਦਾ ਗੈਪ ਸੇਮ ਹੋਵੇ, ਓਕੇ, ਡਿਫਰੈਂਸ ਸੇਮ ਹੋਵੇ એનર્ਜੀ ਦਾ, ਉਹ ਰਿਜਿਡ ਰੋਟੇਟਰ ਹੁੰਦੇ ਨੇ, ਓਕੇ। ਨॉन ਰਿਜਿਡ ਵੀ ਪੜਾਂਗੇ ਬਟ ਇਹ ਰਿਜਿਡ ਦੀ ਗੱਲ ਸੁਣ ਲਓ ਤੁਸੀਂ, ਡਿਫਰੈਂਸ, ਓਕੇ। ਸੋ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਵਿੱਚ ਡਿਫਰੈਂਸ ਹੈ ਜਿਹੜਾ 2B ਦਾ ਚੱਲ ਰਿਹਾ, ਓਕੇ। 2B ਦਾ ਡਿਫਰੈਂਸ ਚੱਲ ਰਿਹਾ, ਇਸ ਕਰਕੇ ਰਿਜਿਡ ਰੋਟੇਟਰ ਆਉਂਦਾ ਹੈ, ਓਕੇ। ਸੋ ਸਪੈਕਟਰੋਸਕੋਪੀ ਜਿਹੜਾ ਟੌਪਿਕ ਹੈ ਨਾ, ਇਹਨੂੰ ਤੁਸੀਂ ਲਾਈਟਲੀ ਨਹੀਂ ਲੈ ਸਕਦੇ ਹੈਗੇ, ਓਕੇ। ਸਮਝ ਸਕਦੇ ਹੋ ਕਿ ਇਹ ਥੋੜ੍ਹਾ ਹਾਈ ਲੈਵਲ ਦਾ ਟੌਪਿਕ ਆ ਜਾਂਦਾ, ਸੋ ਇਹਨੂੰ ਇੱਦਾਂ ਨਹੀਂ ਇਗਨੋਰ ਨਹੀਂ ਕੀਤਾ ਜਾ ਸਕਦਾ, ਓਕੇ। ਜਿੰਨੀ ਇਹ ਔਖੀ ਹੈ ਉਨੀ ਇਹ ਇੰਟਰਸਟਿੰਗ ਵੀ ਹੈ, ਓਕੇ। ਹਜੇ ਬਾਕੀ ਚੈਪਟਰਾਂ ਦਾ ਮੈਨੂੰ ਨਹੀਂ ਪਤਾ ਬਟ ਇਹ ਚੈਪਟਰ ਬਹੁਤ ਹੀ ਇੰਟਰਸਟਿੰਗ ਹੈ, ਜੇ ਤੁਸੀਂ ਇਹਨੂੰ ਡੀਪਲੀ ਸਮਝਦੇ ਹੋ ਤਾਂ ਬਹੁਤ ਈਜ਼ੀਲੀ ਸਮਝ ਆ ਜਾਂਦਾ ਹੈ, ਠੀਕ ਹੈ ਨਾ। ਸੋ ਟਰਾਈ ਕਰਿਓ ਵੀ ਇਹਨੂੰ ਤੁਸੀਂ ਲੀਵ ਨਹੀਂ ਕਰਕੇ ਜਾਣਾ ਹੈਗਾ, ਟੌਪਿਕ ਨੂੰ ਬਿਲਕੁਲ ਕਰਕੇ ਜਾਣਾ, ਬਹੁਤ ਈਜ਼ੀ ਲੈਵਲ ਦੇ ਕੁਐਸਚਨ ਬਣਨਗੇ ਤੁਹਾਨੂੰ। ਤੁਸੀਂ ਕੋਈ ਐਟੋਮਿਕ ਦੀ MSc ਨਹੀਂ ਕਰਨੀ, ਉੱਥੇ ਸਿਰਫ ਤੁਸੀਂ ਮਾਸਟਰ ਕੈਡਰ ਦੇ ਐਗਜ਼ਾਮ ਜਿਹੜਾ ਲੈਵਲ ਹੋਏਗਾ ਉਹਦੇ ਹਿਸਾਬ ਨਾਲ ਜਿਹੜੇ ਇਹਦੇ ਵਿੱਚੋਂ ਕੁਐਸਚਨ ਬਣਨਗੇ ਉਹ ਬਿਲਕੁਲ ਸੌਖੇ ਹੀ ਬਣਨਗੇ, ਡੋਂਟ ਵਰੀ, ਓਕੇ। ਸੋ ਨੈਕਸਟ ਕੁਐਸਚਨ ਹੈ ਕਿ ਇਫ ਵੀ ਮੂਵ ਫਰੋਮ, ਹੁਣ ਦੇਖੋ ਕੀ ਹੁੰਦਾ ਹੈ, ਅਸੀਂ ਇੱਕ ਲੈਵਲ ਤੋਂ ਦੂਜੇ ਲੈਵਲ ਤੱਕ ਮੂਵ ਕਰ ਰਹੇ ਹਾਂ, ਹੈ ਨਾ। ਇੱਥੇ ਗਏ ਫਿਰ ਉੱਪਰਲੇ ਲੈਵਲ ਤੱਕ ਮੂਵ ਕਰੇ, ਅਤੇ ਹੁੰਦਾ ਕੀ ਹੈ, ਹੁਣ ਦੇਖੋ ਜੇਕਰ J ਲੈਵਲ ਹੈ, ਤੁਸੀਂ ਉੱਪਰ ਇੱਕ ਲੈਵਲ ਉੱਪਰ ਜਾਣਾ ਹੈ, J+1 'ਚ ਜਾਣਾ ਹੈ, ਠੀਕ ਹੈ, J+1 'ਚ ਜਾਣਾ ਹੈ, ਤਾਂ ਇਹਦੇ ਵਿੱਚ ਕਿੰਨਾ એનર્ਜੀ ਡਿਫਰੈਂਸ ਹੁੰਦਾ ਹੈ, ਠੀਕ ਹੈ ਨਾ। ਉਹ ਤਾਂ ਅਸੀਂ ਇੱਕ ਸਪੈਸ਼ਲ ਕੇਸ ਦੀ ਗੱਲ ਕੀਤੀ ਸੀ, ਫਿਰ એનર્ਜੀ ਡਿਫਰੈਂਸ ਕਿੰਨਾ ਹੁੰਦਾ ਹੈ। ਹੁਣ ਅਸੀਂ ਇੱਥੇ ਇੱਕ ਫਾਰਮੂਲਾ ਡਰਾਈਵ ਕਰਨ ਜਾ ਰਹੇ ਹਾਂ ਕਿਹਦਾ, એનર્ਜੀ ਡਿਫਰੈਂਸ ਦਾ, ਜੋ ਹਰੇਕ ਕਿਤੇ ਐਪਲੀਕੇਬਲ ਹੋਏਗਾ, ਓਕੇ। ਮੀਨਸ ਜੇਕਰ ਤੁਸੀਂ ਕਿਸੇ ਵੀ ਲੈਵਲ ਤੋਂ ਕਿਸੇ ਉੱਪਰਲੇ ਲੈਵਲ 'ਚ ਜਾ ਰਹੇ ਹੋ ਤਾਂ એનર્ਜੀ ਡਿਫਰੈਂਸ ਦਾ ਕੀ ਫਾਰਮੂਲਾ ਰਹੇਗਾ। ਦੇਖੋ ਜੀ, એનર્ਜੀ ਡਿਫਰੈਂਸ ਕੱਢਣਾ ਮੀਨਸ ਅਸੀਂ ΔE ਕੱਢਣਾ, ਓਕੇ। ਐਜ਼ ਵੀ ਨੋ ਕਿ એનર્ਜੀ ਦਾ ਫਾਰਮੂਲਾ ਤਾਂ ਇਹ ਹੁੰਦਾ, ਠੀਕ ਹੈ ਨਾ। ΔE ਕੱਢਣ ਦੇ ਵਕਤ ਕੀ ਹੋਏਗਾ, ਅਸੀਂ ਕੀ ਮਾਈਨਸ ਕਰਨਾ ਹੈ, ਦੈਟ ਇਜ਼ ਹਾਇਰ ਲੈਵਲ એનર્ਜੀ ਦੇ ਵਿੱਚੋਂ ਲੋਅਰ ਲੈਵਲ એનર્ਜੀ ਮਾਈਨਸ ਕਰ ਦਿਓ। ਹਾਇਰ ਲੈਵਲ ਮਤਲਬ ਇੱਥੇ J ਨੂੰ J+1 ਪੁੱਟ ਕਰ ਦਿਓ, ਦੇਖੋ J ਦੀ ਜਗ੍ਹਾ 'ਤੇ J+1 ਆ ਗਿਆ, ਓਕੇ। ਤਾਂ J+1 ਜਦੋਂ ਪੁੱਟ ਕਰੋਗੇ ਤੁਸੀਂ ਤੇ ਇੱਧਰ ਕੀ ਆ ਜਾਏਗਾ, ਸਿੰਪਲੀ E, ਲੋਅਰ ਲੈਵਲ, ਇਹ ਲੋਅਰ ਲੈਵਲ ਹੈ, ਇਹ ਹਾਇਰ ਲੈਵਲ ਹੈ। ਹਾਇਰ 'ਚੋਂ ਲੋਅਰ ਮਾਈਨਸ ਕਰ ਦਿਓ ਅਤੇ ਇਹਨੂੰ ਥੋੜ੍ਹਾ ਸੋਲਵ ਕਰੋ, ਸੋਲਵ ਕਰਕੇ ਕੀ ਹੋਏਗਾ, ਜੋ B ਅਤੇ J+1, B ਐਂਡ J+1 ਕਾਮਨ ਆ ਰਹੇ ਨੇ, ਕਾਮਨ ਕੱਢ ਦਿਓ, ਠੀਕ ਹੈ। ਇਹਨੂੰ ਐਡ ਕਰ ਲਓ, ਇੱਥੇ ਕਾਮਨ ਕੱਢ ਦਿਓ, ਆਹ ਦੇਖੋ ਕਾਮਨ ਆ ਗਏ, ਜੋ ਰਿਮੇਨਿੰਗ ਬਚ ਗਿਆ ਉਹਦੇ ਵਿੱਚ J ਕੈਂਸਲ ਹੋ ਜਾਏਗਾ। ਮੀਨਸ ਆਹ ਫਾਰਮੂਲਾ ਆ ਗਿਆ ਤੁਹਾਡੇ ਕੋਲੇ એનર્ਜੀ ਡਿਫਰੈਂਸ ਦਾ। ਇੱਕ ਲੈਵਲ ਇਹ ਹੈ, ਇੱਕ ਲੈਵਲ ਇਹ ਹੈ, ਤਾਂ ਇਹਦੇ ਵਿੱਚ ਕਿੰਨਾ એનર્ਜੀ ਡਿਫਰੈਂਸ ਹੈ ਉਹਨੂੰ ਕਹਿੰਦੇ ਨੇ ΔE। ਜਿਵੇਂ ਤੁਸੀਂ ਉੱਪਰ ਵਾਲੇ ਕੇਸ ਦੇ ਵਿੱਚ ਦੇਖੋ, मैंने दसिया सी ना तुहानू कि इत्थे 2B एक्वायर किया, फिर 4B एक्वायर किया, फिर 6B एक्वायर किया, है ना। किन्ना किन्ना डिफरेंस है ए वाले एनर्जी लैवल ते ए वाले एनर्जी लैवल च किन्ना डिफरेंस सीगा, दैट इज़ 2B। इनू कहंदे ने जी ΔE, ओके। सो एवें तुसी कोई होर तुहानू फॉर्मूले आ जान, ठीक है। सो मीनस तुहानू डायरैक्ट हुण तुसी ग्राफ थोड़ा ना एनर्जी लैवल थोड़ा ना एग्जाम दे विच बना के देखोगे बार बार, उत्थे टाइम वेस्ट होएगा। सो सीधा तुसी ΔE दा जो है फॉर्मूला सीधा ही लर्न कर लो कि की हुंदा, दैट इज़ 2B J+1। ਹੁਣ ਜਿਹੜਾ J ਹੈ, ਹੁਣ ਦੇਖੋ A ਵਾਲੇ ਲੈਵਲ ਤੋਂ ਅਸੀਂ A ਵਾਲੇ ਲੈਵਲ 'ਚ ਜਾਣਾ ਹੈ। ਇਹ ਵੀ ਤਾਂ ਹੋ ਸਕਦਾ ਵੀ ਇੱਕ ਆ ਲੈਵਲ ਹੈ, ਇੱਕ ਇਹ ਲੈਵਲ ਆ, ਇਹ ਤੋਂ ਨੀਚੇ ਆਉਣਾ ਹੋਵੇ, ਇਹ ਵੀ ਤਾਂ ਹੋ ਸਕਦਾ ਨਾ। ਸੋ ਜੇ ਤੁਸੀਂ ਉਹ ਵੈਲਿਊ, ਜਿਵੇਂ J=1 ਹੈ, ਇਹ J=2 ਹੈ, ਤੁਸੀਂ J ਦੀ ਲੋਅਰ ਵੈਲਿਊ ਪੁੱਟ ਕਰਨੀ ਹੈ, ਜਾਂ ਤੁਸੀਂ ਐਂ ਸਮਝ ਲਓ ਵੀ ਜਿੱਥੋਂ ਸਟਾਰਟ ਹੋ ਰਿਹਾ, ਠੀਕ ਹੈ ਨਾ। ਮੈਂ ਤਾਂ ਇੱਦਾਂ ਹੀ ਲਰਨ ਕੀਤਾ ਵੀ ਜਿੱਥੋਂ ਸਟਾਰਟ ਹੁੰਦਾ ਹੈ ਉਹ J ਦੀ ਵੈਲਿਊ ਹੁੰਦੀ ਹੈ, ਠੀਕ ਹੈ ਨਾ। ਹੁਣ ਤੁਹਾਨੂੰ ਐਵੇਂ ਨਹੀਂ, ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਇੱਥੋਂ ਜ਼ਿਆਦਾ ਕਲੀਅਰ ਹੋ ਜਾਏਗਾ। ਜਿਵੇਂ ਦੇਖੋ ਐਗਜ਼ਾਮਪਲ ਹੈ, ਮੈਨੇ ਕੀ ਕਰਨਾ ਹੈ, J0 ਤੋਂ ਲੈ ਕੇ J1 ਤੱਕ ਮੂਵ ਕਰਨਾ ਹੈ, ਓਕੇ ਜੀ। ਮੈਂ ਫਾਈਂਡ ਕਰਨਾ ਹੈ ਕਿ ΔE ਕਿੰਨਾ, ਓਕੇ। ਤਾਂ ΔE ਦਾ ਫਾਰਮੂਲਾ ਲਰਨ ਹੋ ਗਿਆ ਨਾ, 2B J+1। ਸਟਾਰਟ ਕਿੱਥੋਂ ਕਰ ਰਹੇ ਹਾਂ, 0 ਤੋਂ,
ਤਾਂ ਜੇ ਦੀ ਵੈਲਿਊ 0 ਪੁੱਟ ਕਰ ਦਿਓ। ਤਾਂ ਇਟ ਮੀਨ ਜੇ ਇਕੁਅਲ ਟੂ 0 ਅਤੇ ਜੇ ਇਕੁਅਲ ਟੂ 1 ਦੇ ਵਿੱਚ ਜੋ ਐਨਰਜੀ ਡਿਫਰੈਂਸ ਹੈ ਉਹ 2B ਦਾ ਜੀ। ਸਮਝ ਆ ਗਿਆ। ਸੋ ਮੈਂ ਐਵੇਂ ਲਰਨ ਕੀਤਾ। ਜੇ ਹਜੇ ਵੀ ਨਹੀਂ ਸਮਝ ਆ, ਇੱਕ ਐਗਜ਼ਾਮਪਲ ਆਪਾਂ ਹੋਰ ਕਰ ਲੈਂਦੇ ਹਾਂ। ਆਹ ਦੇਖੋ ਜੀ, ਇਹਦੇ ਵਿੱਚ ਕੀ ਹੈ, ਦੇਖੋ ਡਾਇਰੈਕਟ ਦਿੱਤਾ ਇਹਨਾਂ ਨੇ ਕਿ ਤੁਸੀਂ J10 ਤੋਂ ਜਾਣਾ, J10 ਤੋਂ ਵਾਪਿਸ ਆਉਣਾ, J10 ਨੀਚੇ J1 ਹੈ, ਨੀਚੇ ਆਉਣਾ, ਠੀਕ ਹੈ ਨਾ। ਤਾਂ ਇਹਨਾਂ ਨੇ ਪੁੱਛਿਆ ਕਿ ਇਹਦੇ ਵਿੱਚ ਐਨਰਜੀ ਡਿਫਰੈਂਸ ਕਿੰਨਾ ਹੈ, ਡੈਲਟਾ E ਕੱਢੋ। ਦੇਖੋ ਇੱਕ ਲੈਵਲ ਦਾ ਤਾਂ ਆਪਾਂ ਈਜ਼ੀਲੀ ਕੱਢ ਲਾਂਗੇ, ਐਗਜ਼ਾਮ ਦੇ ਵਿੱਚ ਇੰਨੇ ਜ਼ਿਆਦਾ ਲੈਵਲ ਫਿਰ ਆਪਾਂ ਉੱਥੇ ਐਨਰਜੀ ਲੈਵਲ ਡਾਇਗਰਾਮ ਥੋੜ੍ਹਾ ਬਣਾ ਕੇ ਦੇਖਾਂਗੇ, ਠੀਕ ਹੈ ਨਾ, ਕਿ ਜੇ ਆਪਾਂ ਨੇ ਇਹ ਕੱਢਣਾ ਹੋਵੇ ਤਾਂ ਇਸ ਕਰਕੇ ਇਸ ਫਾਰਮੂਲੇ ਦਾ ਫਾਇਦਾ ਹੈਗਾ, ਠੀਕ ਹੈ ਨਾ। ਸੋ ਪੁੱਟ ਕਰ ਦਿਓ ਤੁਸੀਂ, ਡੈਲਟਾ E ਕੱਢਣਾ, ਡੈਲਟਾ E ਦਾ ਫਾਰਮੂਲਾ ਲਗਾ ਦਿਓ। ਹੁਣ ਜੇ ਕਿੱਥੋਂ ਸਟਾਰਟ ਹੋ ਰਿਹਾ, 10 ਤੋਂ ਸਟਾਰਟ ਹੋ ਰਿਹਾ ਜੀ, ਜੇ ਇਕੁਅਲ ਟੂ 10 ਤੋਂ ਆਉਣਾ ਉਹਨੇ, 10 ਤੋਂ ਸਟਾਰਟ ਹੋ ਕੇ 1 ਤੱਕ ਪਹੁੰਚਣਾ ਹੈ। ਤਾਂ ਫਿਰ ਤੁਸੀਂ 10 ਪੁੱਟ ਕਰ ਦਿਓ, ਦੈਟ ਇਜ਼ ਦਿਸ ਐਂਡ 22B। ਇਟ ਮੀਨ 10 ਤੋਂ ਲੈ ਕੇ 1 ਦੇ ਵਿੱਚ ਕਿੰਨਾ ਫਰਕ ਹੈ, 22B ਦਾ ਡਿਫਰੈਂਸ ਦਾ ਫਰਕ ਹੈ। ਆਈ ਥਿੰਕ ਸਮਝ ਆ ਗਿਆ ਹੋਣਾ ਤੁਹਾਨੂੰ, ਕਨਸੈਪਟ ਕਲੀਅਰ ਹੋ ਗਿਆ ਹੋਣਾ ਜੋ ਮੈਂ ਸਮਝਾਉਣਾ ਚਾਹੁੰਦੀ ਹਾਂ। ਨੈਕਸਟ ਦੇਖੋ ਇਹਦੇ ਵਿੱਚ ਕੀ ਹੈ, ਹਜੇ ਹੋਰ ਕਲੀਅਰ ਕਰ ਲਓ, ਇੱਕ ਸਮ ਹੋਰ ਆ ਗਿਆ, ਦੈਟ ਇਜ਼ ਇਹ ਉਹਦੇ ਨਾਲ ਦਾ ਨਹੀਂ ਹੈਗਾ, ਵੈਸੇ ਕਨਸੈਪਟ ਸੇਮ ਹੈ। ਇਹਦੇ ਵਿੱਚ ਇੱਕ ਕੁਐਸਚਨ ਦਿੱਤਾ ਹੈ ਕਿ ਤੁਸੀਂ ਇਹ ਫਾਰਮੂਲਾ ਯੂਜ਼ ਕਰਕੇ ਡੈਲਟਾ E ਤੁਹਾਨੂੰ ਦੇ ਰਹੇ ਹਾਂ ਵੀ ਇੰਨਾ, ਠੀਕ ਹੈ, ਅਤੇ ਤੁਹਾਨੂੰ ਅਸੀਂ ਦੇ ਰਹੇ ਹਾਂ ਵੀ ਜੇ ਤੋਂ ਤੁਸੀਂ 10 ਤੋਂ, ਇਹ 10 ਹੈ, J10 ਇਹ ਹੈ 11, ਤੁਸੀਂ 10 ਤੋਂ ਕਿੱਧਰ ਮੂਵ ਕਰਨਾ, 11 ਵੱਲ ਮੂਵ ਕਰਨਾ। ਕਹਿੰਦੇ ਫਿਰ ਇੱਥੇ B ਦੀ ਵੈਲਿਊ ਕੀ ਹੋਏਗੀ, B ਕੱਢਣਾ ਜੀ ਤੁਸੀਂ। B is what here, B is a rotational constant, ਠੀਕ ਹੈ ਨਾ, ਪੇਪਰ 'ਚ ਆਊਗਾ rotational constant ਕੱਢੋ। ਤਾਂ rotational constant ਕਿਵੇਂ ਕੱਢ ਸਕਦੇ ਹੋ, ਫਾਰਮੂਲਾ ਲਾ ਦਿਓ, ਠੀਕ ਹੈ ਨਾ। ਕੀ ਫਾਰਮੂਲਾ ਹੁੰਦਾ, ਇਸ ਫਾਰਮੂਲੇ ਦੇ ਵਿੱਚ ਤੁਸੀਂ ਸਾਰੀਆਂ ਵੈਲਿਊਜ਼ ਨੂੰ ਪੁੱਟ ਕਰ ਦਿਓ, ਤੁਹਾਡੇ ਕੋਲ ਕੀ ਨਿਕਲ ਕੇ ਆ ਜਾਊਗਾ, B, ਕਿਹੜੀ ਟਰਮਸ ਦੇ ਵਿੱਚ, ਪਰ ਸੈਂਟੀਮੀਟਰ। ਓਕੇ, ਇੱਕ ਤੁਸੀਂ ਲਰਨ ਕਰਨਾ ਸਿਲੈਕਸ਼ਨ ਰੂਲ। ਰੋਟੇਸ਼ਨਲ ਦੇ ਵਿੱਚ ਦੇਖੋ ਸਿਲੈਕਸ਼ਨ ਰੂਲ ਕਿਵੇਂ ਹੁੰਦਾ ਵੀ ਪਹਿਲਾਂ ਇਹ ਲੈਵਲ ਤੋਂ ਇਹ ਲੈਵਲ ਜਾਊਗਾ, ਫਿਰ ਇਹ ਤੋਂ ਐ, ਮੀਨਸ ਜੰਪ ਨਹੀਂ ਕਰਦਾ, ਜਿਵੇਂ ਜੇ 0 ਹੈ, 1 ਹੈ, 2 ਹੈ, ਸਿੱਧਾ ਐਂ ਨਹੀਂ ਜੰਪ ਕਰੂਗਾ, ਪਹਿਲਾਂ ਇੱਥੋਂ ਇੱਥੇ ਜਾਊਗਾ, ਫਿਰ ਉੱਪਰ ਜਾਊਗਾ, ਐਵੇਂ ਇੱਕ ਲੈਵਲ ਨੂੰ ਕ੍ਰੋਸ ਕਰਦਾ ਹੋਇਆ ਜਾਊਗਾ। ਸੋ ਇੱਥੇ ਸਿਲੈਕਸ਼ਨ ਜਿਹੜਾ ਰੂਲ ਹੁੰਦਾ ਹੈਗਾ 1 ਮਾਰਕ ਲਈ ਵੀ ਪੁੱਛਿਆ ਜਾ ਸਕਦਾ, ਤੁਸੀਂ ਨੋਟ ਕਰ ਲਿਓ। ਡੈਲਟਾ ਜੇ ਦੀ ਵੈਲਿਊ ਜਿਹੜੀ ਹੁੰਦੀ ਹੈ ਦੈਟ ਇਜ਼ +-1 ਹੁੰਦੀ ਹੈ। ਨੈਕਸਟ ਦੇਖੋ ਇੱਦਾਂ ਦਾ ਕੁਛ ਸਪੈਕਟਰਮ ਨਜ਼ਰ ਆਉਂਦਾ ਹੈ, ਜਿਹੜਾ ਅਸੀਂ ਪਹਿਲਾਂ ਹੁਣੀ ਡਿਸਕਸ ਕੀਤਾ ਸੀ ਨਾ ਵੀ 2B ਦਾ ਫਰਕ ਹੁੰਦਾ। ਇਹ ਹੈ ਜੀ ਮਾਈਕ੍ਰੋਵੇਵ ਸਪੈਕਟਰਮ ਆਫ ਰਿਜਿਡ ਰੋਟੇਟਰ, ਤੁਸੀਂ ਦੇਖ ਸਕਦੇ ਹੋ, ਠੀਕ ਹੈ ਨਾ। 2B ਆਇਆ ਸੀ, ਫਿਰ 4B, ਥੋੜ੍ਹਾ ਜਿਹਾ ਲਾਈਨ ਦੇਖੋ, ਇਹ ਲਾਈਨ ਐਵੇਂ ਡਰਾ ਹੁੰਦੀਆਂ ਨੇ, ਫਿਰ 6B, ਠੀਕ ਹੈ ਨਾ, ਫਿਰ 8B, ਫਿਰ 10B, ਓਕੇ, ਫਿਰ 12B, ਫਿਰ 14B, ਅਪ ਟੂ ਸੋ ਔਨ, ਇਹ ਪ੍ਰੋਸੈਸ ਚੱਲੀ ਜਾਂਦਾ। ਸੋ ਦਿਸ ਇਜ਼ ਦਾ ਸਪੈਕਟਰਮ, ਇਹੀ ਹੁੰਦੇ ਨੇ ਸਪੈਕਟਰਾ ਜਾਂ ਸਪੈਕਟਰਮ, ਇਹੀ ਹੁੰਦੀ ਆ ਰੋਟੇਸ਼ਨਲ ਸਪੈਕਟਰੋਸਕੋਪੀ। ਓਕੇ, ਦਿਸ ਇਜ਼ ਮਾਈਕ੍ਰੋਵੇਵ ਸਪੈਕਟਰਮ ਆਫ ਰਿਜਿਡ ਰੋਟੇਟਰ। ਸੈਪਰੇਸ਼ਨ ਸਭ ਦੇ ਵਿੱਚ ਦੇਖ ਸਕਦੇ ਹੋ ਤੁਸੀਂ, ਇਹ ਹੁੰਦੀ ਹੈ ਸੈਪਰੇਸ਼ਨ, ਇਹਨੂੰ ਕਹਿੰਦੇ ਨੇ ਸੈਪਰੇਸ਼ਨ। ਦਿਸ ਇਜ਼ ਡੈਲਟਾ E। ਓਕੇ, ਇੱਥੋਂ ਕਲੀਅਰ ਕਰ ਸਕਦੇ ਹੋ ਗ੍ਰਾਫ ਦੇ ਵਿੱਚ ਕਿਹੜਾ ਡੈਲਟਾ E, ਇਹ ਹੁੰਦਾ ਡੈਲਟਾ E। ਔਰ ਡੈਲਟਾ E ਦਾ ਫਾਰਮੂਲਾ ਜਿਹੜਾ ਕੱਢਣ ਦਾ ਮੈਂ ਤੁਹਾਨੂੰ ਹੁਣੀ ਦੱਸਿਆ ਉੱਪਰ, ਤੁਸੀਂ ਉਹ ਅਪਲਾਈ ਕਰ ਸਕਦੇ ਹੋ। ਸੈਪਰੇਸ਼ਨ ਕਿੰਨਾ ਹੁੰਦਾ ਇਹਦੇ ਵਿੱਚ, 2B। ਓਕੇ, B ਕੈਨ ਬੀ ਓਬਟੇਨ ਫਰੋਮ ਦਾ ਸਪੇਸਿੰਗ ਬਿਟਵੀਨ ਰੋਟੇਸ਼ਨਲ ਲਾਈਨਸ। ਨੈਕਸਟ ਦੇਖ ਸਕਦੇ ਹਾਂ ਅਸੀਂ ਕੁਛ ਕੁਐਸਚਨਸ ਨੇ, ਮੈਂ ਤੁਹਾਨੂੰ 2 ਪਾਰਟਸ ਕੰਪਲੀਟ ਕਰਵਾਏ ਨੇ ਨਾ, ਸੋ ਉਹਦੇ ਬੇਸ 'ਤੇ ਤੁਸੀਂ ਕੁਐਸਚਨਸ ਅਟੈਂਪਟ ਕਰਨੇ ਨੇ। ਇਹਦਾ ਜਿਹੜਾ ਆਨਸਰ ਹੈ ਤੁਸੀਂ ਮੈਨੂੰ ਇੱਦਾਂ ਕਰੋ, ਇਹਨੂੰ ਮੰਨ ਲਓ ਕੁਐਸਚਨ ਨੰਬਰ 1, ਓਕੇ, 1 ਸਮਝ ਕੇ ਉੱਥੇ 1 ਪਾ ਕੇ ਨਾ ਤੁਸੀਂ ਆਨਸਰ ਦੇਣਾ। ਦ ਰੋਟੇਸ਼ਨਲ ਜਾਂ ਮਾਈਕ੍ਰੋਵੇਵ ਵੀ ਕਹਿੰਦੇ ਆ ਸਪੈਕਟਰਮ ਆਫ ਅ ਰਿਜਿਡ ਡਾਇਆਟੋਮਿਕ ਰੋਟਰ ਕੰਸਿਸਟਸ ਆਫ ਇਕੁਅਲੀ ਸਪੇਸਡ ਲਾਈਨਸ ਵਿਦ ਸਪੇਸਿੰਗ ਇਕੁਅਲ ਟੂ। ਅੱਜ ਹੀ ਕੀਤਾ ਜੀ ਇਹ ਕੁਐਸਚਨ ਆਪਾਂ, ਠੀਕ ਹੈ। ਸੋ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੇਣਾ, ਸੋ ਦੈਟ ਮੈਨੂੰ ਪਤਾ ਲੱਗੇ ਕਿ ਤੁਹਾਨੂੰ ਸਮਝ ਆਇਆ ਜਾਂ ਨਹੀਂ ਆਇਆ। ਓਕੇ, ਤੇ ਉਸ ਤੋਂ ਬਾਅਦ ਹੈ ਨੈਕਸਟ ਕੁਐਸਚਨ, ਦ ਵਾਈਬ੍ਰੇਸ਼ਨਲ ਰੋਟੇਸ਼ਨਲ ਸਪੈਕਟਰਮ ਇਜ਼ ਓਬਜ਼ਰਵਡ ਇਨ ਡੈਸ਼ ਰੀਜਨ। ਇਹ ਪਾਰਟ 1 ਦੇ ਵਿੱਚ ਸਮਝਾਇਆ ਸੀਗਾ। ਓਕੇ, ਤੁਸੀਂ ਇਹ ਆਨਸਰ ਉਹ ਪਾਰਟ 1 ਜਿਹਨੇ ਸਮਝਿਆ, ਠੀਕ ਹੈ ਨਾ, ਅੱਛੇ ਤਰੀਕੇ ਨਾਲ ਸੁਣਿਆ, ਉਹ ਇਸ ਦਾ ਆਨਸਰ ਕਰ ਦੂਗਾ। ਸੋ ਇਹਨੂੰ ਤੁਸੀਂ ਮੰਨ ਲਿਓ ਸੈਕਿੰਡ ਕੁਐਸਚਨ। ਓਕੇ, ਨੈਕਸਟ ਕੁਐਸਚਨ ਦਾ ਆਨਸਰ ਤੁਸੀਂ ਦੇਣਾ, ਇਨ ਰੋਟੇਸ਼ਨਲ ਸਪੈਕਟਰਮ ਟ੍ਰਾਂਜ਼ੀਸ਼ਨਸ ਆਰ ਓਨਲੀ ਓਬਜ਼ਰਵਡ ਬਿਟਵੀਨ ਰੋਟੇਸ਼ਨਲ ਲੈਵਲਸ। ਅੱਜ ਹੀ ਗੱਲ ਕੀਤੀ ਹੈ ਰੋਟੇਸ਼ਨਲ ਲੈਵਲਸ ਆਫ ਡੈਲਟਾ ਜੇ ਇਕੁਅਲ ਟੂ, ਅੱਜ ਹੀ ਦੱਸਿਆ ਹੈ ਮੈਨੇ ਆਨਸਰ ਤੁਹਾਨੂੰ। ਇਹਦਾ ਆਨਸਰ ਤੁਸੀਂ ਵੀ ਕਮੈਂਟ ਬਾਕਸ 'ਚ ਦੇਣਾ ਹੈ, ਇਹਦਾ ਆਨਸਰ ਦੱਸਣਾ ਹੈ, ਠੀਕ ਹੈ ਜੀ। ਸੋ ਦਿਸ ਇਜ਼ ਆਲ ਅਬਾਊਟ ਦਾ ਐਨਰਜੀ। ਅੱਜ ਅਸੀਂ ਐਨਰਜੀ ਬਾਰੇ ਗੱਲ ਕੀਤੀ ਹੈ, ਠੀਕ ਹੈ। ਜਿਸ ਨੂੰ ਵੀ ਵੀਡੀਓ ਜਾਂ ਲੈਕਚਰ ਸੈਸ਼ਨ ਪਸੰਦ ਆਇਆ ਹੋਵੇ ਉਹ ਲਾਈਕ ਕਰ ਸਕਦਾ, ਕਮੈਂਟ ਜ਼ਰੂਰ ਕਰ ਦਿਆ ਕਰੋ ਵੀ ਹਾਂਜੀ ਸਮਝ ਆ ਗਿਆ, ਪੂਰੇ ਤਰੀਕੇ ਨਾਲ ਸਮਝ ਆ ਗਿਆ, ਜਾਂ ਕੋਈ ਚੀਜ਼ ਨਹੀਂ ਪਤਾ ਲੱਗਦੀ ਫਿਰ ਵੀ ਮੈਸੇਜ ਕਰ ਦਿਆ ਕਰੋ, ਠੀਕ ਹੈ ਨਾ, ਕਿ ਇਹਨੂੰ ਜਿਹੜਾ ਹੈ ਦੁਬਾਰਾ ਥੋੜ੍ਹਾ ਡਿਸਕਸ ਕਰ ਦਿਓ,
ਠੀਕ ਹੈ। ਅਤੇ ਆਨਸਰ ਜ਼ਰੂਰ ਦਿਆ ਕਰੋ। ਜਦੋਂ ਤੁਸੀਂ ਆਨਸਰ ਦਿੰਦੇ ਹੋ ਫਿਰ ਮੈਨੂੰ ਪਤਾ ਲੱਗ ਜਾਂਦਾ ਕਿ ਹਾਂਜੀ ਬੱਚਿਆਂ ਨੂੰ ਸਮਝ ਆਇਆ, ਇਸ ਕਰਕੇ ਉਹਨਾਂ ਨੇ ਆਨਸਰ ਬਿਲਕੁਲ ਸਹੀ ਦਿੱਤੇ ਨੇ। ਓਕੇ, ਬਾਕੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ। ਬਾਕੀ ਮੈਂ ਪਲੇਲਿਸਟ ਦੇ ਵਿੱਚ ਸਾਰੀ ਇੰਟਰੋ ਜਿਹੜੀ ਪਿਛਲੀਆਂ ਪਲੇਲਿਸਟਸ ਨੇ, ਪਿਛਲੇ ਮੇਰੇ ਜਿਹੜੀਆਂ ਵੀਡੀਓਜ਼ ਬਣਾਈਆਂ ਨੇ ਉਹਨਾਂ ਦੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਸੈਂਡ ਕਰ ਦੂੰਗੀ, ਉਹ ਤੁਸੀਂ ਜ਼ਰੂਰ ਦੇਖ ਲਓ। ਓਕੇ, ਸੋ ਐਗਜ਼ਾਮ ਜੋ ਹੈਗਾ ਤੁਹਾਡਾ ਮੇ ਬੀ ਹੁਣ ਕਹਿ ਰਹੇ ਨੇ ਵੀ ਹੋਏਗਾ, ਸੋ ਆਪਣੀ ਤਿਆਰੀ ਜਿਹੜੀ ਹੈਗੀ ਹੈ ਤੁਸੀਂ ਰੱਖੋ, ਠੀਕ ਹੈ ਨਾ। ਸਾਰੇ ਜਿਹੜੇ ਨੇ ਆਪਣੀ ਪ੍ਰਪੇਰੇਸ਼ਨ ਜਿਹੜੀ ਹੈ ਕੰਪਲੀਟਲੀ ਕਰ ਲਓ, ਅਤੇ ਸਪੈਕਟ੍ਰੋਸਕੋਪੀ ਟੋਪਿਕ ਨਾ ਛੱਡਿਓ ਬਿਲਕੁਲ ਵੀ, ਬਿਕੋਜ਼ ਇਹ ਈਜ਼ੀ ਹੈ। ਓਕੇ, ਇਹਨੂੰ ਈਜ਼ੀ ਮੰਨ ਕੇ ਹੀ ਚੱਲੋ ਤੁਸੀਂ, ਤਾਂ ਜਮਾਂ ਬੇਸਿਕ ਲੈਵਲ ਦਾ ਜਿਹੜਾ ਹੈਗਾ ਉਹ ਆਊਗਾ ਤੁਹਾਨੂੰ, ਠੀਕ ਹੈ। ਪ੍ਰੀਵੀਅਸ ਈਅਰ ਕੁਐਸਚਨ ਵੀ ਮੈਂ ਡਿਸਕਸ ਕਰੂੰਗੀ ਨਾਲ ਨਾਲ, ਜਦੋਂ ਵੀ ਮੈਨੂੰ ਲੱਗੇਗਾ ਵੀ ਹਾਂ ਉਹ ਕਵਰ ਅਪ ਹੋ ਰਹੀਆਂ ਨੇ ਚੀਜ਼ਾਂ, ਤਾਂ ਮੈਂ ਨਾਲ ਨਾਲ ਡਿਸਕਸ ਕਰੂੰਗੀ। ਓਕੇ, ਕਾਫੀ ਕੁਐਸਚਨ 7 to 8 ਕੁਐਸਚਨ ਤੁਸੀਂ ਕਹਿ ਸਕਦੇ ਹੋ। ਜੇ ਮੈਂ ਤੁਹਾਨੂੰ ਦੱਸਾਂ ਕਿ 2016 ਤੋਂ ਲੈ ਕੇ 17 ਦੇ ਵਿੱਚ ਜੋ ਐਗਜ਼ਾਮ ਹੋਇਆ ਸੀ, ਮੈਂ ਦੇਖੇ ਨੇ, ਐਨਾਲਿਸਿਸ ਕੀਤਾ ਕਿ 6 ਤੋਂ 7 ਕੁਐਸਚਨ ਜਿਹੜੇ ਨੇ ਓਨਲੀ ਫਰੋਮ ਸਪੈਕਟ੍ਰੋਸਕੋਪੀ ਆਏ ਹੋਏ ਨੇ। ਓਕੇ, ਮੈਂ ਸਪੈਕਟ੍ਰੋਸਕੋਪੀ ਤੁਹਾਨੂੰ ਉਸ ਲੈਵਲ ਦੇ ਹਿਸਾਬ ਨਾਲ ਹੀ ਕਰਾ ਰਹੀ ਹਾਂ ਤੁਹਾਡੇ ਪੇਪਰ ਦੇ, ਅਦਰਵਾਈਜ਼ ਸਪੈਕਟ੍ਰੋਸਕੋਪੀ ਟੋਪਿਕ ਬਹੁਤ ਜ਼ਿਆਦਾ ਕੰਪਲੈਕਸ ਹੈ। ਥਿਊਰੀ ਕਾਫੀ ਕੌਨਸੈਪਟਸ ਇਹਦੇ ਅੰਦਰ ਆ ਜਾਂਦੇ ਨੇ, ਆਪਾਂ ਸਾਰੀ ਬੁੱਕ ਨਹੀਂ ਪੜ੍ਹ ਸਕਦੇ, ਇੱਕ ਕੰਪਲੀਟ ਬੁੱਕ ਹੈ, ਸਾਰੀ ਬੁੱਕ ਨਹੀਂ ਪੜ੍ਹ ਸਕਦੇ, ਠੀਕ ਹੈ। ਅਸੀਂ ਹੋਰ ਵੀ ਚੈਪਟਰਸ ਕਰਨੇ ਨੇ, ਸੋ ਜਿੰਨਾ ਤੁਹਾਡੇ ਲਈ ਸਫੀਸ਼ੀਐਂਟ ਹੈਗਾ ਮੀਨਸ ਐਗਜ਼ਾਮ ਦੇ ਲਈ ਜੋ ਇੰਪੋਰਟੈਂਟ ਟੋਪਿਕਸ ਨੇ ਜੋ ਉਹਨਾਂ ਨੇ ਮੈਂਸ਼ਨ ਕੀਤੇ ਨੇ ਉਹੀ ਕਰਾਂਗੇ। ਓਕੇ, ਬਾਕੀ ਤਾਂ ਤੁਹਾਨੂੰ ਆਉਣਾ ਹੀ ਚਾਹੀਦਾ, ਤਾਂ ਬੇਸਿਕ ਹੈ ਸਪੈਕਟ੍ਰੋਸਕੋਪੀ ਦਾ, ਠੀਕ ਹੈ ਨਾ। ਸੋ ਓਕੇ, ਲਾਈਕ ਕਰ ਦਿਓ, ਕਮੈਂਟ ਕਰ ਦਿਓ, ਠੀਕ ਹੈ, ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ। ਥੈਂਕ ਯੂ ਸਟੂਡੈਂਟਸ, ਥੈਂਕ ਯੂ ਅ ਲੋਟ।